ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਤੁਸੀਂ ਬਣੇ ਹੋਏ ਹੋ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਹੋਣਾ ਦੀ ਅਗਵਾਈ ਦੇ ਵਿੱਚ ਇਸ ਵੇਲੇ ਜਿਹੜਾ ਜਥਾ ਰਵਾਨਾ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ, ਉਹ ਨਵਾਂ ਸ਼ਹਿਰ ਬੰਗੇ ਨੂੰ ਕ੍ਰੋਸ ਕਰਦਾ ਨਜ਼ਰ ਆ ਰਿਹਾ ਹੈ। ਜਲਦੀ ਹੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਚੰਡੀਗੜ੍ਹ ਪਹੁੰਚਣ ਵਾਲੇ ਨੇ, ਰੋਪੜ ਪਹੁੰਚਣ ਵਾਲੇ ਨੇ ਤੇ ਉਹਨਾਂ ਦੇ ਉਡੀਕ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਕਤਾਰਾਂ ਲਗਾ ਕੇ ਖੜੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਨੇ। ਉਡੀਕ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਣਾ ਦੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਵੱਲ ਨੂੰ ਕੂਚ ਕਰ ਦਿੱਤਾ ਜਾਵੇਗਾ। ਸੋ ਲਗਾਤਾਰ ਅਸੀਂ ਸਵੇਰ ਦੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀਆਂ ਅੱਜ ਦੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਵੱਲ ਕੂਚ ਕੀਤਾ ਜਾਣਾ ਸੀ, ਰਾਜਪਾਲ ਨੂੰ ਮਿਲਣਾ ਸੀ, 3 ਜਥਿਆਂ ਨੇ ਇਕੱਠੇ ਹੋਣਾ ਸੀ, ਉਸ ਨੂੰ ਲੈ ਕੇ ਕਿਵੇਂ ਦਾ ਮਾਹੌਲ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਅਸੀਂ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਕਿ ਵਰਕਰਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ। ਸੁਖਬੀਰ ਸਿੰਘ ਬਾਦਲ ਹੋਣਾ ਦੀ ਇੱਥੇ ਉਡੀਕ ਹੋ ਰਹੀ ਹੈ। ਜਦੋਂ ਹੀ ਉਹ ਪਹੁੰਚਦੇ ਨੇ ਤਾਂ ਉਦੋਂ ਇਹ ਟਰੈਕਟਰਾਂ ਦਾ ਜਥਾ ਜਿਹੜਾ ਹੈ ਉਹਨਾਂ ਦੇ ਨਾਲ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਵੇਗਾ। ਸੋ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਮਸਲਾ ਕਿਸਾਨਾਂ ਦਾ ਹੈ, ਪਰ ਇਸ ਵੇਲੇ ਜਿਹੜੀ ਸਰਗਰਮੀ ਹੋ ਰਹੀ ਹੈ ਉਹ ਇੱਕ ਰਾਜਸੀ ਸਰਗਰਮੀ ਹੈ। ਸੋ ਇਸ ਨੂੰ ਵੀ ਜਿਹੜਾ ਪਛਾਣਨਾ ਬਹੁਤ ਜ਼ਰੂਰੀ ਹੈ। ਇਹ ਰਾਜਸੀ ਸਰਗਰਮੀ ਉਸੇ ਤਰ੍ਹਾਂ ਦੀ ਰਾਜਸੀ ਸਰਗਰਮੀ ਇੱਕ ਰਾਜਸੀ ਪਾਰਟੀ ਦੀ ਸਰਗਰਮੀ ਹੈ ਜਿਸ ਤਰੀਕੇ ਦੀ ਲੋਕ ਇਨਸਾਫ ਪਾਰਟੀ ਨੇ ਸਰਗਰਮੀ ਦਿਖਾਈ ਸੀ ਸ਼ੰਭੂ ਬਾਰਡਰ ਦੇ ਉੱਤੇ। ਤੁਸੀਂ ਦੇਖਿਆ ਸੀ ਕਿ ਬੈਂਸ ਭਰਾਵਾਂ ਤੇ ਉਹਨਾਂ ਵਰਕਰਾਂ ਦੇ ਨਾਲ, ਉਹਨਾਂ ਦੇ ਵਰਕਰਾਂ ਦੇ ਨਾਲ ਕਿਸ ਤਰੀਕੇ ਦਾ ਹਸ਼ਰ ਜਿਹੜਾ ਸੀ ਹਰਿਆਣਾ ਪੁਲਿਸ ਨੇ ਕੀਤਾ ਸੀ। ਸੋ ਉਸੇ ਤਰੀਕੇ ਦੀ ਸਰਗਰਮੀ ਹੈ। ਹਰ ਪਾਰਟੀ ਆਪੋ ਆਪਣੇ ਵਿਉਂਤਬੰਦੀ ਦੇ ਮੁਤਾਬਕ ਜਿਹੜਾ ਹੈ ਉਹ ਇਸ ਵੇਲੇ ਕਿਸਾਨਾਂ ਦੇ ਨਾਲ ਹਮਦਰਦੀ ਜਤਾਉਂਦੀ ਨਜ਼ਰ ਆ ਰਹੀ ਹੈ। ਇੱਕੋ ਨਾਰਾ ਕਿਸਾਨ ਪਿਆਰਾ ਦਾ ਨਾਰਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਹੈ ਤੇ ਉਸ ਨਾਰੇ ਦੇ ਤਹਿਤ ਅੱਜ ਚੰਡੀਗੜ੍ਹ ਨੂੰ ਕੂਚ ਹੋਣਾ ਹੈ। ਫਿਰ ਉੱਥੇ ਕਿਵੇਂ ਉਹਨਾਂ ਨੂੰ ਦਾਖਲ ਹੋਣ ਦਿੱਤਾ ਜਾਵੇਗਾ ਜਾਂ ਫਿਰ ਨਹੀਂ ਹੋਣ ਦਿੱਤਾ ਜਾਵੇਗਾ, ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਪੁਲਿਸ ਦੀਆਂ ਤਿਆਰੀਆਂ ਕਿੱਦਾਂ ਦੀਆਂ ਨੇ ਇਸ ਬਾਰੇ ਵੀ ਅਸੀਂ ਤੁਹਾਨੂੰ ਸਵੇਰ ਤੋਂ ਜਾਣੂ ਕਰਵਾ ਰਹੇ ਹਾਂ। ਸੋ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਇਹ ਰੈਲੀ ਕੱਢ ਰਿਹਾ ਹੈ। ਚੰਡੀਗੜ੍ਹ ਪਹੁੰਚਣ ਦਾ ਉਹਨਾਂ ਦਾ ਪੂਰਾ ਪਲਾਨ ਜਿਹੜਾ ਹੈ ਉਹ ਇਸ ਵੇਲੇ ਅੱਗੇ ਵਧਦਾ ਨਜ਼ਰ ਆ ਰਿਹਾ ਹੈ। ਸੋ ਇਹ ਰਾਜਸੀ ਸਰਗਰਮੀ ਹੈ। ਕਿਸਾਨ ਜਥੇਬੰਦੀਆਂ ਆਪਣਾ ਸੰਘਰਸ਼ ਕਰ ਰਹੀਆਂ ਨੇ, ਉਹ ਪਿਛਲੇ 1 ਮਹੀਨੇ ਤੋਂ ਡਟੀਆਂ ਹੋਈਆਂ ਨੇ। ਬਹੁਤ ਸਾਰੀਆਂ ਰਾਜਸੀ ਪਾਰਟੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਗੱਲ ਕੀਤੀ ਜਾਵੇ, ਕਿਸੇ ਵੇਲੇ ਅੱਜ ਤੋਂ ਕੁਝ ਦਿਨ ਪਹਿਲਾਂ ਇਹਨਾਂ ਬਿੱਲਾਂ ਦਾ ਸਮਰਥਨ ਕਰ ਰਹੀ ਸੀ, ਭਾਜਪਾ ਦੇ ਨਾਲ ਭਾਈਵਾਲ ਸੀ, ਪਰ ਕਿਸਾਨਾਂ ਦਾ ਰੋਹ, ਪੰਜਾਬੀਆਂ ਦਾ ਰੋਹ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋੜ ਵੀ ਤੋੜਨਾ ਪੈਂਦਾ ਹੈ, ਹਰਸਿਮਰਤ ਬਾਦਲ ਨੂੰ ਅਸਤੀਫਾ ਵੀ ਦੇਣਾ ਪੈਂਦਾ ਹੈ ਤੇ ਹਾਲਾਤ ਇੱਥੋਂ ਤੱਕ ਬਣ ਜਾਂਦੇ ਨੇ ਕਿ ਕਿਸਾਨ ਸੰਘਰਸ਼ ਦੇ ਵਿੱਚ ਕੁੱਦਣਾ ਪੈਂਦਾ ਹੈ। ਅੱਜ ਸੁਖਬੀਰ ਸਿੰਘ ਬਾਦਲ ਆਪਣੇ ਹਜ਼ਾਰਾਂ ਵਰਕਰਾਂ ਦੇ ਨਾਲ ਕੂਚ ਕਰ ਰਹੇ ਨੇ। ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਜਿਹੜੇ ਆਏ ਨੇ। ਬਾਬਾ ਜੀ, ਕਿਸਾਨਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਰਾਜਸੀ ਸਰਗਰਮੀਆਂ ਜਿਹੜੀਆਂ ਨੇ ਕਿੰਨੀਆਂ ਕੁ ਜ਼ਰੂਰੀ ਨੇ? ਬਈ ਅਸੀਂ ਤਾਂ ਬੋਲੇ ਨਹੀਂ। ਸੋ ਬਿਲਕੁਲ ਬਾਬਾ ਜੀ ਦੱਸਣਗੇ ਕਿ ਰਾਜਸੀ ਸਰਗਰਮੀਆਂ ਜ਼ਰੂਰੀ ਨੇ ਜਾਂ ਫਿਰ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਵੀ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਜਾ ਸਕਦਾ। ਬਾਬਾ ਜੀ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਜੀ, ਰਾਜਨੀਤੀ ਆਪਣੀ ਜਗ੍ਹਾ, ਕਿਸਾਨੀ ਆਪਣੀ ਜਗ੍ਹਾ, ਰਾਜਨੀਤੀ ਆਪਣੀ ਜਗ੍ਹਾ ਕਰੋ ਜ਼ਰੂਰ, ਪਰ ਸਾਰੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਹਾਂ ਦਾ ਨਾਰਾ ਮਾਰਨਾ ਚਾਹੀਦਾ। ਜੇ ਅੱਜ ਕਿਸਾਨੀ ਖਤਮ ਹੋ ਗਈ, ਬਾਬਾ ਜੀ ਫਿਰ ਕਿਉਂ ਨਹੀਂ ਹੋ ਰਹੀਆਂ ਇਕਜੁੱਟ? ਕਿਉਂ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਨੂੰ ਕਹਿੰਦਾ ਕਿ ਸਾਡੇ ਨਾਲ ਰਲੋ, ਆਪਾਂ ਇਕੱਠਿਆਂ ਜਾ ਕੇ ਨਰਿੰਦਰ ਮੋਦੀ ਹੋਣਾ ਨੂੰ ਮਿਲਦੇ ਆ, ਰਾਸ਼ਟਰਪਤੀ ਨੂੰ ਮਿਲਦੇ ਆ, ਮੰਗ ਕਰਦੇ ਆ ਕਿ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ? ਫਿਰ ਇਕੱਲਿਆਂ ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ? ਗੱਲ ਇਸ ਤਰ੍ਹਾਂ ਜੀ, ਦੇਖੋ ਮੋਦੀ ਸਾਹਿਬ ਨਾਲ ਅਕਾਲੀ ਦਲ ਦਾ ਗੱਠਜੋੜ ਸੀ, ਉਹਨਾਂ ਨੇ ਬਹੁਤ ਜ਼ਿਆਦਾ ਇਹਨੂੰ ਮੋਦੀ ਸਾਹਿਬ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਤੇ ਲੇਕਿਨ ਉਹ ਨਹੀਂ ਮੰਨੇ, ਤਾਂ ਇਹਨਾਂ ਨੇ ਆਪਣਾ ਨਾਤਾ ਤੋੜ ਲਿਆ, ਆਪਣਾ ਸਿਮਰਤ ਕੌਰ ਬਾਦਲ ਜੀ ਨਾਲ ਅਸਤੀਫਾ ਵੀ ਦੇ ਦਿਆ। ਲੇਕਿਨ ਹੁਣ ਜਿਹੜੇ ਤੁਸੀਂ ਕਹਿ ਰਹੇ ਵੀ ਇਕੱਠੇ ਕਿਉਂ ਨਹੀਂ ਹੋਣਗੇ, ਹਰ ਚੀਜ਼ ਦਾ ਟਾਈਮ ਹੁੰਦਾ। ਅਸੀਂ ਸਾਰੇ ਆਪਣਾ ਜ਼ਿਮੀਦਾਰ ਜੀ ਔਰ ਰਾਜੀ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਇਕਮੁੱਠ ਹੋ ਕੇ ਅਸੀਂ ਅਗਲਾ ਪ੍ਰੋਗਰਾਮ ਸ਼ਾਇਦ ਦਿੱਲੀ ਦਾ ਵੀ ਸਾਡਾ ਹੋਵੇ। ਕਿਸਾਨ ਜਥੇਬੰਦੀਆਂ ਜਿਸ ਤਰੀਕੇ ਦਾ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਕਿੰਨਾ ਕੁ ਸਮਰਥਨ ਹੈ ਤੁਹਾਡਾ? ਦੇਖੋ, ਕਿਸਾਨ ਜਥੇਬੰਦੀਆਂ ਦਾ ਆਪਣਾ ਅਲੱਗ ਹੈ,
ਰਾਜਨੀਤੀ ਦਾ ਆਪਣਾ ਅਲੱਗ ਹੈਗਾ। ਤੁਸੀਂ ਇੱਥੇ ਰਾਜਨੀਤੀ ਕਰਨ ਦੇ ਲਈ ਪਹੁੰਚੇ ਹੋ, ਅਕਾਲੀ ਦਲ ਦੇ ਵਰਕਰ ਪਹੁੰਚੇ ਨੇ ਕਿ ਕਿਸਾਨਾਂ ਦੇ ਹੱਕ 'ਚ ਪਹੁੰਚੇ ਹੋ? ਅਸੀਂ ਤਾਂ ਕਿਸਾਨਾਂ ਦੇ ਹੱਕ 'ਚ ਪਹੁੰਚੇ ਹੈਗੇ। ਰਾਜਨੀਤੀ ਆਪਣੀ ਜਗ੍ਹਾ, ਅਸੀਂ ਕਿਸਾਨਾਂ ਦੇ ਹੱਕ 'ਚ ਪਹੁੰਚੇ ਹੈਗੇ, ਕਿਸਾਨਾਂ ਕਰਕੇ ਖਾਸ ਕਰਕੇ। ਸੋ ਇਹ ਜਿਹੜਾ ਨਾਰਾ ਦਿੱਤਾ ਗਿਆ, ਇੱਕੋ ਨਾਰਾ ਕਿਸਾਨ ਪਿਆਰਾ, ਕੀ ਲੱਗਦਾ ਹੈ ਕਿ ਕਿਸਾਨ ਹਮਦਰਦੀ ਜਤਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਕਿਉਂਕਿ ਅਜੇ ਤੱਕ ਤਾਂ ਨਾਰਾਜ਼ਗੀ ਉਹਨਾਂ ਦੀ ਉਵੇਂ ਦੀ ਉਵੇਂ ਬਰਕਰਾਰ ਹੈ ਜਿੱਦਾਂ ਦੀ ਪਹਿਲਾਂ ਸੀ ਜਦੋਂ ਭਾਜਪਾ ਦੇ ਨਾਲ ਗੱਠਜੋੜ ਸੀ। ਦੇਖੋ, ਮੈਂ ਤੁਹਾਨੂੰ ਉਹੀ ਗੱਲ ਮੈਂ ਪਹਿਲਾਂ ਵੀ ਕਿਹਾ, ਮੈਂ ਉਹੀ ਹੁਣ ਕਹਿਣ ਲੱਗਿਆ। ਨਾਰਾਜ਼ਗੀ ਹੁੰਦੀਆਂ ਲੋਕਾਂ ਨੂੰ ਇਹ ਹੋ ਗਿਆ ਵੀ ਇਹ ਮਤਲਬ ਕੇ ਹਿਸਾਬ ਨਾਲ ਰਜਾਇਨ ਦੇ ਕੇ ਆਏ ਵੀ ਇਹਨਾਂ ਨੂੰ ਕੋਈ ਹਮਦਰਦੀ ਨਹੀਂ, ਲੇਕਿਨ ਹੌਲਾ ਹੌਲਾ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ। ਹਮਦਰਦੀ ਹੈਗੀ, ਕੋਈ ਐਸੀ ਬਾਤ ਨਹੀਂ ਹੈ, ਇਹ ਵੀ ਕਰਨਗੇ। ਸੋ ਹਮਦਰਦੀ ਹੈਗੀ ਹੈ, ਲੋਕ ਮੰਨ ਜਾਣਗੇ ਕਿ ਇਹ ਕੋਈ ਮਤਲਬ ਦੇ ਲਈ ਨਹੀਂ ਹੈ, ਇਹ ਕਿਸਾਨਾਂ ਦੇ ਲਈ ਹੈ। ਇਹ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਹੈ ਜਿਹੜੇ ਕਿ ਅੱਜ ਇਸ ਮਾਰਚ ਦੇ ਵਿੱਚ ਪਹੁੰਚੇ ਹੋਏ ਨੇ, ਸੁਖਬੀਰ ਸਿੰਘ ਬਾਦਲ ਦੀ ਉਡੀਕ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਝੰਡੇ ਵੀ ਜਿਹੜੇ ਨੇ ਕਿਸੇ ਰਾਜਸੀ ਰੈਲੀ ਦੀ ਤਰ੍ਹਾਂ ਦਿਖਾਈ ਦੇ ਰਹੇ ਨੇ। ਨਾ ਟਰੈਕਟਰਾਂ ਦੇ ਉੱਤੇ ਨੌਜਵਾਨ ਨੇ, ਨੌਜਵਾਨ ਇਹ ਦਾਅਵਾ ਕਰ ਰਹੇ ਨੇ ਕਿ ਉਹ ਕਿਸਾਨਾਂ ਦੇ ਕਰਕੇ ਪਹੁੰਚੇ ਨੇ, ਨਾ ਕਿ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨਾਤਾ ਹੈ। ਸੋ ਤੁਹਾਨੂੰ ਦਿਖਾਵਾਂਗੇ ਇਹ ਤਸਵੀਰਾਂ ਕਿ ਕਿੰਨੀ ਦੂਰ ਤੱਕ ਜਿਹੜਾ ਹੈ ਉਹ ਟਰੈਕਟਰਾਂ ਦੀ ਇਸ ਵੇਲੇ ਲਾਈਨ ਲੱਗੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੀ ਉਡੀਕ ਹੋ ਰਹੀ ਹੈ। ਅਕਾਲੀ ਦਲ ਦੇ ਵਰਕਰ ਇਸ ਵੇਲੇ ਇਹ ਕੋਸ਼ਿਸ਼ ਕਰ ਰਹੇ ਨੇ ਦੱਸਣ ਦੀ ਕਿ ਅਸੀਂ ਕਿਸਾਨਾਂ ਦੇ ਨਾਲ ਆ। ਕਿਸਾਨ ਜਥੇਬੰਦੀਆਂ ਉਹਨਾਂ ਦੀ ਗੱਲ ਇੱਕ ਦਿਨ ਜ਼ਰੂਰ ਮੰਨ ਜਾਣਗੀਆਂ। ਮੰਨ ਰਹੇ ਨੇ ਅਕਾਲੀ ਦਲ ਦੇ ਵਰਕਰ ਕਿ ਕਿਸਾਨ ਸਾਡੇ ਨਾਲ ਨਾਰਾਜ਼ ਨੇ, ਲੋਕ ਨਾਰਾਜ਼ ਨੇ। ਲੋਕ ਅਜੇ ਵੀ ਇਹ ਕਹਿ ਰਹੇ ਨੇ ਕਿ ਮਤਲਬ ਦੇ ਲਈ ਗੱਠਜੋੜ ਤੋੜਿਆ ਹੈ, ਮਤਲਬ ਦੇ ਲਈ ਜਿਹੜਾ ਇਹ ਅਸੀਂ ਇੱਕ ਤਰੀਕੇ ਦੇ ਨਾਲ ਹਰਸਿਮਰਤ ਬਾਦਲ ਹੋਣਾ ਨੇ ਅਸਤੀਫਾ ਦਿੱਤਾ ਹੈ। ਪਰ ਫਿਰ ਵੀ ਦੇਖਣਾ ਹੋਵੇਗਾ ਕਿ ਇਸ ਦਿਨ ਤੋਂ ਬਾਅਦ, ਅੱਜ ਦੇ ਦਿਨ ਤੋਂ ਬਾਅਦ ਅਕਾਲੀ ਦਲ ਨੂੰ ਕਿੰਨੀ ਕੁ ਹਮਦਰਦੀ ਮਿਲਦੀ ਹੈ। ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਸੋ ਮਸਲਾ ਰਾਜਸੀ ਸਰਗਰਮੀ ਦਾ ਅੱਜ ਜ਼ਰੂਰ ਹੈ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਇਹ ਅੰਦੋਲਨ, ਇਹ ਸਮਾਂ ਕਿਸਾਨਾਂ ਦੇ ਨਾਲ ਖੜਨ ਦਾ ਹੈ, ਕਿਸਾਨਾਂ ਦੇ ਹੱਕ 'ਚ ਆਵਾਜ਼ ਨੂੰ ਬੁਲੰਦ ਕਰਨ ਦਾ ਹੈ। ਰਾਜਸੀ ਸਰਗਰਮੀਆਂ ਹਰ ਮੁੱਦੇ ਤੇ ਚੱਲਦੀਆਂ ਨੇ, ਅੱਜ ਵੀ ਚੱਲ ਰਹੀਆਂ ਨੇ। ਹਰ ਪਾਰਟੀ ਆਪੋ ਆਪਣੀ ਡਫਲੀ ਵੀ ਵਜਾ ਰਹੀ ਹੈ, ਪਰ ਸਾਨੂੰ ਇਕਜੁੱਟਤਾ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਦਿਖਾਉਣੀ ਪਵੇਗੀ। ਕਿਸਾਨਾਂ ਨੂੰ ਦੱਸਣਾ ਪਵੇਗਾ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਆ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਨੇ ਜਦੋਂ ਤੋਂ ਸੰਘਰਸ਼ ਵਿੱਢਿਆ ਹੈ, ਲਗਾਤਾਰ ਉਹ ਆਪਣੀਆਂ ਸਟੇਜਾਂ ਤੋਂ ਜਿਹੜੇ ਸਿਆਸੀ ਆਗੂ ਨੇ ਉਹਨਾਂ ਦਾ ਬਾਈਕਾਟ ਕਰ ਰਹੇ ਨੇ। ਇਹ ਆਖ ਰਹੇ ਨੇ ਕਿ ਸਿਆਸੀ ਆਗੂ ਸਾਡੀਆਂ ਸਟੇਜਾਂ ਤੇ ਨਾ ਵੜਨ, ਸਾਡੇ ਧਰਨਿਆਂ 'ਚ ਨਾ ਆਉਣ, ਤੇ ਸਿਆਸੀ ਪਾਰਟੀਆਂ ਆਪਣੀਆਂ ਵੱਖਰੀਆਂ ਸਰਗਰਮੀਆਂ ਜਿਹੜੀਆਂ ਉਹਨਾਂ ਨੇ ਵਿੱਢੀਆਂ ਹੋਈਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ 25 ਤਾਰੀਖ ਜਿਸ ਦਿਨ ਕਿਸਾਨਾਂ ਨੇ ਪੰਜਾਬ ਬੰਦ ਕੀਤਾ ਸੀ, ਉਸ ਦਿਨ ਚੱਕਾ ਜਾਮ ਕੀਤਾ ਸੀ, ਤੇ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਜਿਹੜਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਇੱਕੋ ਨਾਰਾ ਕਿਸਾਨ ਪਿਆਰਾ ਦੇ ਜਿਹੜੇ ਨਾਰੇ ਦੇ ਹੇਠ ਕੱਢਿਆ ਜਾ ਰਿਹਾ। ਸੋ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਵਰਕਰ ਸੁਖਬੀਰ ਸਿੰਘ ਬਾਦਲ ਦੀ ਉਡੀਕ ਕਰਦੇ ਨਜ਼ਰ ਆ ਰਹੇ ਨੇ। ਤੇ ਕਦੋਂ ਕੁ ਪਹੁੰਚਣਗੇ ਤੇ ਕਦੋਂ ਤੱਕ ਚੰਡੀਗੜ੍ਹ ਦਾ ਸਫ਼ਰ ਤੈਅ ਹੋਵੇਗਾ, ਇਸ ਬਾਰੇ ਵੀ ਨਜ਼ਰ ਸਾਡੀ ਬਣੀ ਰਹੇਗੀ। ਸੋ SGPC ਦੇ ਜਿਹੜੇ ਮੁਲਾਜ਼ਮ ਨੇ, ਜਿਹੜੀਆਂ ਗੱਡੀਆਂ ਨੇ, ਹਮੇਸ਼ਾ ਹੀ ਤੁਹਾਨੂੰ ਨਜ਼ਰ ਆਉਂਦੀਆਂ ਨੇ। ਇਹ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਖਾਣ ਪੀਣ ਦਾ ਪ੍ਰਬੰਧ, ਚਾਹ ਪਾਣੀ ਦਾ ਪ੍ਰਬੰਧ ਜਿਹੜਾ ਹੈ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਉਹ SGPC ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ, ਗੱਡੀਆਂ ਹੁੰਦੀਆਂ ਨੇ, ਜਾਂ ਫਿਰ ਉਹਨਾਂ ਦੇ ਵਿੱਚ ਕੀਤਾ ਜਾਂਦਾ। ਸੋ ਅੱਜ ਵੀ ਚਾਹ ਵਰਤ ਰਹੀ ਹੈ SGPC ਦੀਆਂ ਗੱਡੀਆਂ। ਅਕਾਲੀ ਦਲ ਦੇ ਵਰਕਰ ਜੋ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਉਡੀਕ ਕਰ ਰਹੇ ਨੇ, ਉਹਨਾਂ ਨੂੰ ਚਾਹ ਦੇ ਘੁੱਟ ਪਿਆਉਂਦੇ ਨਜ਼ਰ ਆ ਰਹੇ ਨੇ। ਅੱਗੇ ਪੁਲਿਸ ਵੀ ਤਿਆਰ ਹੈ, ਉਹਨਾਂ ਦੀਆਂ ਵੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਥੋੜੇ ਹੀ ਸਮੇਂ ਤੱਕ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚਣਗੇ। ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਕਾਫਲਾ ਜਿਹੜਾ ਹੈ ਇਹ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਵੇਗਾ, ਜਿੱਥੇ ਉਹਨਾਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਦੀ ਹੱਦ ਦੇ ਉੱਤੇ ਵੀ ਪੁਲਿਸ ਵੱਲੋਂ ਤਿਆਰੀਆਂ ਕੀਤੀਆਂ ਹੋਈਆਂ ਨੇ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ
ਚੰਡੀਗੜ੍ਹ ਨੂੰ ਕੂਚ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਸਵੇਰੇ 9 ਵਜੇ ਤੋਂ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਚੱਲੇ ਨੇ, ਉਹਨਾਂ ਦੇ ਨਾਲ ਪਾਰਟੀ ਦੀ ਲੀਡਰਸ਼ਿਪ ਵੀ ਹੈ। ਸੋ ਕਿਸਾਨਾਂ ਦਾ ਮੁੱਦਾ ਹੈ, ਕਿਸਾਨੀ ਦਾ ਮੁੱਦਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੱਖਰਾ ਸੰਘਰਸ਼ ਵਿੱਢਿਆ ਹੋਇਆ ਹੈ। ਅੱਜ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਧਰਨਿਆਂ ਦੇ ਉੱਤੇ ਨੇ, ਰੇਲਾਂ ਰੋਕੀਆਂ ਜਾ ਰਹੀਆਂ ਨੇ। ਉਹਨਾਂ ਵੱਲੋਂ ਜਿਹੜਾ ਸੰਘਰਸ਼ ਪਿਛਲੇ 1 ਮਹੀਨੇ ਤੋਂ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਬਾਦਸਤੂਰ ਜਾਰੀ ਹੈ। ਬਜ਼ੁਰਗ ਨੇ, ਨੌਜਵਾਨ ਨੇ, ਬੀਬੀਆਂ ਨੇ, ਬੱਚੇ ਨੇ, ਅਸੀਂ ਉਹ ਵੀ ਦ੍ਰਿਸ਼ ਜਿਹੜੇ ਨੇ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਦਿਖਾਏ ਨੇ। ਸੋ ਰਾਜਸੀ ਸਰਗਰਮੀਆਂ, ਕਿਉਂਕਿ ਪੰਜਾਬ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਸ ਬਾਰੇ ਹਰ ਇੱਕ ਚੀਜ਼ ਨੂੰ, ਹਰ ਇੱਕ ਰੰਗ ਨੂੰ ਤੁਹਾਡੇ ਤੱਕ ਰੱਖਣਾ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ। ਸੋ ਅੱਜ ਜਿਸ ਰਾਜਸੀ ਸਰਗਰਮੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋ ਰਹੀ ਹੈ, ਜਿਸ ਦੇ ਤਹਿਤ ਉਹਨਾਂ ਵੱਲੋਂ ਚੰਡੀਗੜ੍ਹ ਪਹੁੰਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪਹੁੰਚਣ ਦੇ ਵਿੱਚ ਉਹ ਕਿੰਨਾ ਕੁ ਕਾਮਯਾਬ ਹੁੰਦੇ ਨੇ। ਸੋ ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋ ਜਿੱਥੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਉਡੀਕ ਹੋ ਰਹੀ ਹੈ। ਉਹਨਾਂ ਨੂੰ ਉਡੀਕਿਆ ਜਾ ਰਿਹਾ ਹੈ, ਮੰਨਿਆ ਜਾ ਰਿਹਾ ਹੈ ਕਿ ਇੱਥੋਂ ਟਰੈਕਟਰ ਤੇ ਬੈਠ ਕੇ ਜਿਹੜਾ ਹੈ ਆਪਣੇ ਵਰਕਰਾਂ ਦੇ ਨਾਲ ਚੰਡੀਗੜ੍ਹ ਨੂੰ ਰਵਾਨਾ ਹੋਣਗੇ। ਸੋ ਹਰਸਿਮਰਤ ਬਾਦਲ ਹੋਣੀ ਦੂਸਰੇ ਰਸਤੇ ਥਾਣੀ ਜੀਰਕਪੁਰ ਥਾਣੀ ਚੰਡੀਗੜ੍ਹ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਸੁਖਬੀਰ ਸਿੰਘ ਬਾਦਲ ਹੋਣੀ ਰੋਪੜ ਤੋਂ ਕੁਰਾਲੀ ਤੋਂ ਫਿਰ ਚੰਡੀਗੜ੍ਹ ਪਹੁੰਚਣ ਦੀ ਕੋਸ਼ਿਸ਼ ਕਰਨਗੇ। ਸੋ ਲਗਾਤਾਰ ਅਸੀਂ ਅਪਡੇਟ ਦਿਖਾ ਰਹੇ ਹਾਂ। ਅੱਜ ਦੀ ਰਾਜਸੀ ਸਰਗਰਮੀ ਕਿਸਾਨਾਂ ਦਾ ਧਰਨਾ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ। ਨਵੀਆਂ ਵਿਉਂਤਬੰਦੀਆਂ ਵੀ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਬਾਈਕਾਟ, ਉਹਨਾਂ ਦਾ ਘਰਾਓ, ਭਾਜਪਾ ਆਗੂਆਂ ਦੇ ਘਰਾਂ ਦਾ ਘਰਾਓ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਨਵੀਆਂ ਰਣਨੀਤੀਆਂ ਜਿਹੜੀਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਲੀਕੀਆਂ ਗਈਆਂ ਨੇ, ਉਹਨਾਂ ਦੇ ਉੱਤੇ ਵੀ ਸਾਡੀ ਨਜ਼ਰ ਬਣੀ ਰਹੇਗੀ। ਪਰ ਅੱਜ ਦੀ ਰਾਜਸੀ ਸਰਗਰਮੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ। ਅੱਜ ਜਿਹੜਾ ਨਾਰਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਹੋਣਾ ਨੇ, ਇੱਕੋ ਨਾਰਾ ਕਿਸਾਨ ਪਿਆਰਾ। ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦੀ ਹਮਦਰਦੀ ਜਿਹੜੀ ਹੈ ਅੱਜ ਦੇ ਤੁਹਾਡੇ ਸੰਘਰਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇਗੀ ਜੀ, ਬਹੁਤ ਜ਼ਿਆਦਾ ਜੁੜੇਗੀ ਜੀ। ਪਰ ਕੀ ਲੱਗਦਾ ਹੈ ਕਿ ਅੱਜ ਇਕੱਠਿਆਂ ਹੋ ਕੇ ਚੱਲਣ ਦੀ ਲੋੜ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਨੂੰ ਪਹੁੰਚ ਕਰ ਰਿਹਾ ਪਰ ਉਹ ਤੁਹਾਡਾ ਸਾਥ ਨਹੀਂ ਦੇ ਰਹੀਆਂ? ਹੌਲੀ ਹੌਲੀ ਸਭ ਨੇ ਸਾਥ ਦੇ ਦੇਣਾ, ਸਭ ਨੂੰ ਪਤਾ ਲੱਗ ਜਾਣਾ ਵੀ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਸਾਰੀਆਂ ਪਾਰਟੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਕੱਠਾ ਕਰਕੇ ਇਹ ਏਕਤਾ ਦਾ ਨਾਰਾ ਲਾ ਰਹੇ ਹਾਂ ਵੀ ਕਿਸਾਨ ਸਾਨੂੰ ਪਿਆਰਾ ਹੈ। ਸੋ ਬਿਲਕੁਲ ਏਕਤਾ ਦਾ ਨਾਰਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਲਗਾ ਰਹੇ ਹਾਂ। ਇਹ ਜਦ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ। ਸੁਖਬੀਰ ਸਿੰਘ ਬਾਦਲ ਹੋਣਾ ਦਾ ਇਹ ਉਪਰਾਲਾ ਅੱਜ ਦੇ ਦਿਨ ਤੋਂ ਬਾਅਦ ਕਿਸਾਨਾਂ ਨੂੰ ਕਿੰਨਾ ਕੁ ਚੰਗਾ ਲੱਗੇਗਾ, ਕਿਸਾਨ ਜਥੇਬੰਦੀਆਂ ਨੂੰ, ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਚੰਗਾ ਲੱਗੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਹਾਂ, ਅੱਜ ਦੇ ਦਿਨ ਸੁਖਬੀਰ ਸਿੰਘ ਬਾਦਲ ਦੇ ਇੱਥੇ ਪਹੁੰਚਣ ਤੇ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਰਵਾਨਾ ਹੋਣ ਤੋਂ ਬਾਅਦ ਕੀ ਕੁਝ ਘਟਨਾਕ੍ਰਮ ਹੋਵੇਗਾ, ਕਿਵੇਂ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਪੁਲਿਸ ਉਹਨਾਂ ਨੂੰ ਰੋਕਣ 'ਚ ਕਾਮਯਾਬ ਹੁੰਦੀ ਹੈ, ਇਹ ਸਾਰੇ ਦ੍ਰਿਸ਼ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਿਤ ਕੁਮਾਰ। ਅਸੀਂ ਇਸ ਵੇਲੇ ਰਾਜਪੁਰਾ ਜ਼ੀਰਕਪੁਰ ਹਾਈਵੇ ਤੇ ਖੜੇ ਹਾਂ, ਜਿੱਥੇ ਹਰਸਿਮਰਤ ਕੌਰ ਬਾਦਲ ਵੱਲੋਂ ਜੋ ਹੈ ਇੱਥੇ ਦਾਖਲਾ ਕੀਤਾ ਜਾਵੇਗਾ, ਇੱਥੋਂ ਐਂਟਰੀ ਮਾਰੀ ਜਾਵੇਗੀ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਚੱਲੇ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਅਤੇ ਚੰਡੀਗੜ੍ਹ ਵੱਲ ਕੂਚ ਕਰਨਗੇ, ਜਿੱਥੇ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਹੋਰਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ, ਮੈਮੋਰੈਂਡਮ ਦਿੱਤਾ ਜਾਵੇਗਾ ਖੇਤੀ ਆਰਡੀਨੈਂਸਾਂ ਦੇ ਖਿਲਾਫ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਅੱਜ 3 ਤਖਤ ਸਾਹਿਬਾਨਾਂ ਤੋਂ ਚੰਡੀਗੜ੍ਹ ਵੱਲ ਕੂਚ ਸਵੇਰ ਤੋਂ ਕੀਤੀ ਗਈ, ਜਿੱਥੋਂ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਨੇ, ਅਕਾਲ ਤਖਤ ਸਾਹਿਬ ਤੋਂ ਤੁਰੇ ਨੇ, ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ ਉਹ ਅਨੰਦਪੁਰ ਸਾਹਿਬ ਤੋਂ ਤੁਰੇ ਨੇ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੋ ਨੇ ਤਲਵੰਡੀ ਸਾਬੋ ਤੋਂ ਤੁਰੇ ਨੇ। ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਅਕਾਲੀ ਵਰਕਰ ਖੜੇ ਨੇ ਅਤੇ ਤਕਰੀਬਨ 200 ਦੇ ਕਰੀਬ ਜੋ ਹੈ ਇੱਥੇ ਟਰੈਕਟਰ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਅਤੇ ਕਿਸਾਨ ਏਕਤਾ ਯੂਨੀਅਨ ਦੇ ਜੋ ਨੇ ਝੰਡੇ ਲੱਗੇ ਹੋਏ ਨੇ। ਵੱਡੀ ਗਿਣਤੀ ਦੇ ਵਿੱਚ ਇੱਕ ਪਾਸਿਓ ਇਹ ਜੋ ਹੈ ਲਾਈਨ ਕਤਾਰ ਲੱਗੀ ਹੋਈ ਹੈ ਟਰੈਕਟਰਾਂ ਦੀ। ਦੱਸਿਆ ਜਾ ਰਿਹਾ ਕਿ ਹਰਸਿਮਰਤ ਕੌਰ ਬਾਦਲ ਜੋ ਹੈ ਤਲਵੰਡੀ ਸਾਬੋ ਤੋਂ ਚੱਲ ਕੇ ਮਾਨਸਾ, ਪਟਿਆਲਾ, ਰਾਜਪੁਰਾ ਦੇ ਵਿੱਚੋਂ ਨਿਕਲ ਕੇ ਜੋ ਹੈ ਇੱਥੇ ਚੰਡੀਗੜ੍ਹ ਵੱਲ ਕੂਚ ਕਰਨਗੇ, ਇਸੇ ਰੋਡ ਤੋਂ, ਇਸੇ ਹਾਈਵੇ ਤੋਂ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜੋ ਟਰੈਕਟਰ ਨੇ, ਅਕਾਲੀ ਆਗੂ
ਇੱਥੇ ਪਹੁੰਚ ਚੁੱਕੇ ਨੇ। ਦੱਸਿਆ ਜਾ ਰਿਹਾ ਕਿ ਤਕਰੀਬਨ ਅੱਧੇ ਪੌਣੇ ਘੰਟੇ ਤੱਕ ਜੋ ਹਰਸਿਮਰਤ ਕੌਰ ਬਾਦਲ ਇੱਥੇ ਇਸ ਹਾਈਵੇ ਤੇ ਪਹੁੰਚਣਗੇ, ਜਿਸ ਤੋਂ ਬਾਅਦ ਇਹ ਜੋ ਕਾਫਲਾ ਵੱਡਾ ਟਰੈਕਟਰਾਂ ਦਾ ਕਾਫਲਾ ਹੈ ਉਹਨਾਂ ਨਾਲ ਸ਼ਾਮਲ ਹੋਏਗਾ। ਸਾਡੇ ਨਾਲ ਇੱਥੇ ਕੁਝ ਅਕਾਲੀ ਵਰਕਰ ਮੌਜੂਦ ਨੇ, ਬੜੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਹੋ। ਕੀ ਲੱਗਦਾ ਕਿ ਅੱਗੇ ਬਹੁਤ ਸਖਤ ਪਹਿਰੇਦਾਰੀ ਹੈ ਚੰਡੀਗੜ੍ਹ ਪੁਲਿਸ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ, ਜੇ ਨਾ ਜਾਣ ਦਿੱਤਾ ਗਿਆ ਫਿਰ? ਅੱਜ ਸਾਡਾ ਜੋ ਰੋਸ ਮਾਰਚ ਹੈ, ਕਿਸਾਨ ਰੋਸ ਮਾਰਚ, ਇਹ ਗਵਰਨਰ ਸਾਹਿਬ ਨੂੰ ਅਸੀਂ ਇਹ ਰੋਸ ਮਾਰਚ ਦਾ ਜਿਹੜਾ ਸਾਡਾ ਏਜੰਡਾ ਹੈ ਅੱਜ ਦਾ, ਅਸੀਂ ਗਵਰਨਰ ਸਾਹਿਬ ਨੂੰ ਬੀਬਾ ਹਰਸਿਮਰਤ ਕੌਰ, ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਾਰੀ ਸ਼੍ਰੋਮਣੀ ਅਕਾਲੀ ਦਲ, ਅੱਜ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਔਰ ਪੂਰੇ ਕਿਸਾਨ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ। ਔਰ ਦੇਖੋ ਤੁਸੀਂ ਕਿੰਨਾ ਵੱਡਾ ਅੱਜ ਟਰੈਕਟਰਾਂ ਦਾ ਕਾਫਲਾ ਲੈ ਕੇ ਇੱਥੇ ਸਾਡੇ ਹਲਕਾ ਡੇਰਾਬੱਸੀ ਦੇ ਨੌਜਵਾਨ ਵੀਰ ਕਿਸਾਨ ਸਾਰੇ ਆਏ ਆ ਔਰ ਅੱਜ ਕਿਸਾਨਾਂ ਦੇ ਮਨ ਦੇ ਅੰਦਰ ਬਹੁਤ ਵੱਡਾ ਰੋਸ ਹੈ। ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਦੇਖਿਆ ਗਿਆ ਕਿ ਅਕਸਰ ਕਈ ਮੁੱਦੇ ਹੁੰਦੇ ਨੇ ਉਹਨਾਂ ਤੇ ਸਿਆਸਤ ਹੁੰਦੀ ਆ, ਕਿ ਅੱਜ ਕਿਸਾਨਾਂ ਤੇ ਸਿਆਸਤ ਨਹੀਂ ਅਕਾਲੀ ਦਲ ਕਰ ਰਿਹਾ? ਬਿਲਕੁਲ ਨਹੀਂ ਜੀ। ਤੁਸੀਂ ਦੇਖੋ ਸਿਆਸਤ ਉਹ ਲੋਕ ਕਰਦੇ ਨੇ ਜਿਵੇਂ ਅੱਜ ਕਾਂਗਰਸ ਕਰ ਰਹੀ ਹੈ, ਕਾਗਜ਼ਾਂ 'ਚ ਕੁਝ ਹੋਰ ਹੈ ਤੇ ਦਿਖਾਵਾ ਕੁਝ ਹੋਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਦੇ ਬਰਾਬਰ ਦੀ ਕੁਰਸੀ ਕੈਬਨਿਟ ਮਿਨਿਸਟਰ ਦੀ ਸੀ, ਜਿਹੜੀ ਅਸਤੀਫਾ ਦੇ ਕੇ ਬੀਬਾ ਜੀ ਹਰਸਿਮਰਤ ਕੌਰ, ਤੁਸੀਂ ਅਕਾਲੀ ਜੀ ਤੁਸੀਂ ਅਕਾਲੀ ਵਰਕਰ ਹੋ। ਪਹਿਲਾਂ ਅਕਾਲੀ ਦਲ ਜੋ ਹੈ ਇਸ ਸਮਰਥਨ ਦੇ ਵਿੱਚ ਸੀ ਕਿ ਅਸੀਂ ਖੇਤੀ ਆਰਡੀਨੈਂਸ ਦੇ ਸਮਰਥਨ ਦੇ ਵਿੱਚ ਆ, ਬਾਅਦ 'ਚੋਂ ਅਕਾਲੀ ਦਲ ਦਾ ਯੂ ਟਰਨ ਵੱਜਦਾ ਹੈ। ਤੁਸੀਂ ਅਕਾਲੀ ਵਰਕਰ ਹੋ, ਤੁਸੀਂ ਪਹਿਲਾਂ ਉਹਦੇ ਹੱਕ ਦੇ ਵਿੱਚ ਸੀ ਕਿ ਵਿਰੋਧ ਦੇ ਵਿੱਚ ਸੀ? ਸਰ ਅਸੀਂ ਬਿਲਕੁਲ ਹੱਕ 'ਚ ਨਹੀਂ ਸੀਗੇ ਉਹਦੇ, ਪਰ ਜਦੋਂ ਸਾਡੇ ਪਾਰਟੀ ਪ੍ਰਧਾਨ, ਕਿਉਂ ਕਿਹਾ ਗਿਆ ਕਿ ਸਾਡੇ ਪਾਰਟੀ ਪ੍ਰਧਾਨ ਤੇ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਖੇਤੀ ਮੰਤਰੀ ਨੂੰ ਮਿਲੇ ਆ, ਉਹਨਾਂ ਨੂੰ ਆਪਣੀਆਂ ਸਮੱਸਿਆ ਦੱਸੀ, ਕਿਸਾਨਾਂ ਦੀ ਸਮੱਸਿਆ ਦੱਸੀ, ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਸੋਧ ਕਰਕੇ ਜੋ ਇਹ ਬਿੱਲ ਹੈ ਉਹ ਪਾਸ ਕਰਾਂਗੇ। ਝੂਠ ਬੋਲਿਆ ਗਿਆ ਤੁਹਾਡੇ ਨਾਲ? ਝੂਠ ਬੋਲਿਆ ਗਿਆ ਉਹਨਾਂ ਨੇ। ਤੇ ਜਿਸ ਦਿਨ ਉਹ ਬਿੱਲ ਪਾਸ ਕਰਨਾ ਸੀਗਾ ਤੇ ਜਦੋਂ ਬੀਬਾ ਜੀ ਨੇ ਦੇਖਿਆ ਮੌਕੇ ਤੇ ਜਾ ਕੇ ਵੀ ਇਹਨਾਂ ਨੇ ਬਿੱਲ 'ਚ ਸੋਧ ਨਹੀਂ ਕਰੀ, ਉਹਨਾਂ ਨੇ 1 ਮਿੰਟ ਤੇ ਪਹਿਲਾਂ ਰਿਜ਼ਾਈਨ ਕਰਤਾ। ਨਹੀਂ, ਸੋਧ ਤਾਂ ਚਲੋ ਬਾਅਦ ਦੀ ਗੱਲ ਹੋਊਗੀ, ਵਿਸ਼ਵਾਸ ਉਹਨਾਂ ਨੇ ਦਵਾਇਆ ਹੋਊਗਾ, ਪਰ ਖੇਤੀ ਆਰਡੀਨੈਂਸ ਤਾਂ ਪੜ੍ਹੇ ਹੋਣਗੇ ਨਾ। ਜੂਨ ਦੇ ਖੇਤੀ ਆਰਡੀਨੈਂਸ ਆਏ ਹੋਏ ਨੇ, ਸਤੰਬਰ ਦੇ ਵਿੱਚ ਆ ਕੇ ਤੁਸੀਂ ਜੋ ਹੈ ਖੇਤੀ ਆਰਡੀਨੈਂਸ ਪੜ੍ਹੇ ਸੀਗੇ ਸਰ, ਉਸ ਤੋਂ ਪਹਿਲਾਂ ਹੀ ਜਦੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਜੋ ਕਿਸਾਨਾਂ ਨੂੰ ਖੇਤੀ ਆਰਡੀਨੈਂਸ ਦੇ ਬਾਰੇ ਉਹਨਾਂ ਨੇ ਕਿਹਾ ਚੇਂਜ ਕਰੋ। ਸਭ ਤੋਂ ਵੱਡੀ ਸਾਡੀ ਮੰਗ ਹੈ, ਅੱਜ ਵੀ ਹੈ ਔਰ ਪਹਿਲਾਂ ਵੀ ਸੀਗੀ, ਵੀ ਸਾਡੀ ਇੱਕ ਲਾਈਨ ਲਿਖ ਦਿਓ, MSP ਖਤਮ ਨਹੀਂ ਹੋਏਗੀ। ਔਰ ਉਹੀ ਚੀਜ਼ ਉਹਨਾਂ ਨੇ MSP ਦੀ ਲਾਈਨ ਲਿਖੀ ਨਹੀਂ, ਇਸ ਕਰਕੇ ਸਾਡੀ ਪਾਰਟੀ ਦਾ ਸਮਝੌਤਾ। ਪਹਿਲਾਂ ਜੋ ਹੈ ਕਿਸਾਨਾਂ ਨੂੰ ਜਾਣ ਕੇ ਗੁੰਮਰਾਹ ਕੀਤਾ ਗਿਆ ਕਿ ਜੋ, ਕਿਉਂਕਿ ਪਹਿਲਾਂ ਭਾਜਪਾ ਵੀ ਨਹੀਂ ਮੰਨੀ, ਠੀਕ ਹੈ ਨਾ, ਅਕਾਲੀ ਕਹਿੰਦੇ ਸੀਗੇ ਕਿ ਤੁਹਾਡੇ ਹੱਕ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਬੋਲ ਗਏ, ਜੋ ਜਿਨ੍ਹਾਂ ਲਈ ਮੰਨਿਆ ਜਾਂਦਾ ਕਿ ਕਿਸਾਨਾਂ ਦੇ ਹੱਕ ਵਿੱਚ ਖੜਦੇ ਨੇ, ਉਹ ਤੱਕ ਬੋਲੇ। ਤੁਸੀਂ ਦੇਖਿਆ ਹੋਣਾ ਸਾਡੇ ਪਾਰਟੀ ਪ੍ਰਧਾਨ ਖੇਤੀ ਮੰਤਰੀ ਤੋਂ ਚਿੱਠੀ ਵੀ ਲੈ ਕੇ ਆਏ ਆ ਔਰ ਚਿੱਠੀ ਦਿਖਾਈ ਵੀ ਹੈ ਬਕਾਇਦਾ, ਔਰ ਉਹਨਾਂ ਨੇ ਲਿਖਤੀ ਵਿਸ਼ਵਾਸ ਦਵਾਇਆ ਸੀਗਾ ਵੀ ਅਸੀਂ ਜੋ ਇਹ ਆਰਡੀਨੈਂਸ ਪਾਸ ਕਰਾਂਗੇ ਉਹ ਜੋ ਕਿਸਾਨ ਜਿਵੇਂ ਕਹਿਣਗੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਵਿਊ ਲੈ ਕੇ ਕਹੂਗੀ ਉਹ ਪਾਸ ਕਰਾਂਗੇ। ਪਰ ਜਦੋਂ ਉਹਨਾਂ ਨੇ ਪਾਸ ਕਰਿਆ ਉਹ ਸਿਰਫ ਉਹੀ ਕਰਿਆ ਜੋ ਉਹਨਾਂ ਨੇ ਪਹਿਲਾਂ ਸੋਚਿਆ ਹੋਇਆ ਤਾਂ। ਤੁਹਾਡੇ ਨਾਲ ਝੂਠ ਬੋਲਿਆ, ਹੁਣ ਕਹਿਣ ਦਾ ਭਾਵ ਹੈ ਕਿ ਦਿਖਾਇਆ ਤੁਹਾਨੂੰ ਕੁਝ ਹੋਰ, ਹਾਥੀ ਦੇ ਦੰਦ ਕੁਝ ਖਾਣ ਨੂੰ ਕੁਝ ਹੋਰ ਤੇ ਦਿਖਾਉਣ ਨੂੰ ਕੁਝ ਹੋਰ। ਔਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਔਰ ਹਮੇਸ਼ਾ ਕਿਸਾਨਾਂ ਦੀ ਪਾਰਟੀ ਰਹੀ ਹੈ ਔਰ ਕਿਸਾਨਾਂ ਦੇ ਨਾਲ ਖੜੀ ਹੈ, ਇਸ ਲਈ ਕੋਈ ਰਾਜ ਭਾਗ, ਤੁਸੀਂ ਕਿਹਾ ਕਿ ਤੁਸੀਂ ਕਿਹਾ ਕਿ ਕਿਸਾਨਾਂ ਦੀ ਪਾਰਟੀ ਆ, ਪਰ ਕਿਸਾਨਾਂ ਦੇ ਵਿੱਚ ਰੋਸ਼ ਵੀ ਬਹੁਤ ਆ ਤੁਹਾਨੂੰ ਲੈ ਕੇ। ਕਿਸਾਨ ਕਹਿ ਰਹੇ ਨੇ ਕਿ ਪਹਿਲਾਂ ਤਾਂ ਤੁਸੀਂ ਉਹਨਾਂ ਦੇ ਹੱਕ 'ਚ ਭੁਗਤਦੇ ਰਹੇ, ਜੋ ਤੁਹਾਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਰੋਸ਼ ਵੱਧ ਰਿਹਾ ਹੈਗਾ, ਹੁਣ ਤੁਸੀਂ ਸਾਡੇ ਨਾਲ ਤੁਰ ਪਏ ਹੋ। ਪਤਾ ਬਿਲਕੁਲ ਨਹੀਂ ਜੀ, ਕਿਸਾਨ ਹੈ ਜੋ ਅਸਲੀ ਕਿਸਾਨ ਹੈ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਔਰ ਬਿਲਕੁਲ ਸਾਰੇ ਸਮਝਦੇ ਹੈ। ਕੁਝ ਕਿਸਾਨਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਰਾਜਸੀ ਪਾਰਟੀਆਂ ਨੇ, ਔਰ ਉਹਨਾਂ ਨੂੰ ਪਤਾ ਹੈ ਕਿ ਜੋ ਕਾਂਗਰਸ ਦਾ ਮੈਨੀਫੈਸਟੋ 2017 'ਚ ਤਾਂ ਉਹਦੇ ਅੰਦਰ ਵੀ ਸਾਫ਼ ਪਹਿਰਾ ਲਿਖਿਆ ਹੋਇਆ ਵੀ ਇਹ ਆਰਡੀਨੈਂਸ ਸਾਡੀ ਸਰਕਾਰ ਬਣੂਗੀ ਅਸੀਂ ਪਾਸ ਕਰਾਂਗੇ। ਔਰ ਜਦੋਂ 2019 'ਚ ਦੇਸ਼ ਦੀ ਸਰਕਾਰ ਬਣਨੀ ਸੀਗੀ ਉਦੋਂ ਵੀ ਕਾਂਗਰਸ ਦੇ ਮੈਨੀਫੈਸਟੋ 'ਚ ਬੜਾ ਵੱਡਾ ਪਹਿਰਾ ਲਿਖਿਆ ਹੋਇਆ, ਤੁਸੀਂ ਪੜ੍ਹ ਲਿਓ ਮੈਨੀਫੈਸਟੋ, ਉਹਦੇ 'ਚ ਬਿਲਕੁਲ ਕਲੀਅਰ ਲਿਖਿਆ ਵਾ ਵੀ ਰਾਹੁਲ ਪ੍ਰਧਾਨ ਜੀ ਜਦੋਂ ਪ੍ਰਧਾਨ ਮੰਤਰੀ ਬਣਨਗੇ, ਰਾਹੁਲ ਗਾਂਧੀ ਜੀ, ਔਰ ਅਸੀਂ ਇਹ ਆਰਡੀਨੈਂਸ ਪਾਸ ਕਰਾਂਗੇ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਬਿੱਲ ਸੀਗੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ, ਪਰ ਅਸੀਂ ਇਹਨਾਂ ਨੂੰ ਮਨਾ ਨਹੀਂ ਪਾਏਗੇ। ਤੁਸੀਂ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਜਿਸ ਦਿਨ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕਿਸਾਨਾਂ ਦੀ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰੀ ਸੀਗੀ, ਉਸ ਟਾਈਮ ਜੋ ਕਿਸਾਨ ਜਥੇਬੰਦੀਆਂ ਨੇ ਕਿਹਾ ਤਾਂ ਵੀ ਇਹ ਆਰਡੀਨੈਂਸ 'ਚ ਸਾਨੂੰ ਲੈ ਕੇ ਦਿਓ ਤੁਸੀਂ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੇਂਦਰੀ ਮੰਤਰੀ ਨਾਲ ਇਹ ਗੱਲ ਕਰੀ ਔਰ ਤੁਰੰਤ ਗੱਲ ਕਰਨ ਦੇ ਬਾਵਜੂਦ ਉਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਲਿਖਤੀ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਨੂੰ ਇਹ ਆਰਡੀਨੈਂਸ ਜਿਵੇਂ ਕਿਸਾਨ ਕਹਿਣਗੇ ਉਵੇਂ ਪਾਸ ਕਰਾਂਗੇ। ਜਦੋਂ ਪਾਸ ਕਰਨ ਦਾ ਟਾਈਮ ਆਇਆ ਤਾਂ ਉਹ ਬਿਲਕੁਲ ਵਿਸ਼ਵਾਸਘਾਤ ਕਰਕੇ ਜੋ ਉਹਨਾਂ ਨੇ ਕਿਹਾ ਤਾਂ ਉਹ ਬਿਲਕੁਲ ਨਹੀਂ ਕਰਿਆ। ਐਡਾ ਵੱਡਾ ਹਜੂਮ ਹੈ ਟਰੈਕਟਰਾਂ ਦਾ, ਅਸੀਂ ਦੇਖ ਰਹੇ ਹਾਂ ਅੱਗੇ ਬਹੁਤ ਸਖਤ ਪਹਿਰਾ ਹੈ, ਚੰਡੀਗੜ੍ਹ ਪੁਲਿਸ ਦਾ ਵੀ ਪਹਿਰਾ ਹੈਗਾ, ਪੰਜਾਬ ਪੁਲਿਸ ਦਾ ਵੀ ਪਹਿਰਾ ਹੈਗਾ। ਉਹ ਕਹਿ ਰਿਹਾ ਕਿ ਅਸੀਂ ਲੰਘਣ ਨਹੀਂ ਦੇਣਾਗਾ ਜੋ ਹੋ ਜਾਏ, ਕਿਉਂਕਿ ਐਡਾ ਵੱਡਾ ਕਾਫਲਾ ਅਸੀਂ ਅੰਦਰ ਜਾਣ ਨਹੀਂ ਦੇ ਸਕਦੇ। ਬਹੁਤ ਵੱਡਾ ਰੋਸ ਹੈ। ਮੈਂ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਵੀ ਸਾਨੂੰ ਗਵਰਨਰ ਹਾਊਸ ਤੱਕ ਜਾਣ ਦਿਓ, ਗਵਰਨਰ ਹਾਊਸ ਦੇ ਰਾਹੀਂ ਅਸੀਂ ਇਹ ਦਿੱਲੀ ਤੱਕ ਆਵਾਜ਼ ਪਹੁੰਚਾਵਾਂਗੇ, ਕਿਉਂਕਿ ਸਾਡੀ
ਹਰਿਆਣੇ ਦੇ ਅੰਦਰ ਸਾਨੂੰ ਦਿੱਲੀ ਜਾਣ ਨਹੀਂ ਦੇ ਰਹੇ। ਇਸ ਕਰਕੇ ਅਸੀਂ ਗਵਰਨਰ ਹਾਊਸ ਤੱਕ ਜਾਣ ਦੀ, ਗਵਰਨਰ ਹਾਊਸ ਨੂੰ ਮਿਲਣ ਦੀ ਅੱਜ ਕਿਸਾਨਾਂ ਨੇ ਰੋਸ ਮਾਰਚ ਰੱਖਿਆ ਔਰ ਜਿੱਥੇ ਸਾਨੂੰ ਪ੍ਰਸ਼ਾਸਨ ਰੋਕੂਗਾ ਅਸੀਂ ਉੱਥੇ ਹੀ ਧਰਨਾ ਲਾ ਦੇਣਾ, ਉੱਥੇ ਹੀ ਬੈਠ ਜਾਣਾ। ਸਾਡਾ ਰੋਸ ਹੈ ਜਿਹੜਾ ਉਹ ਦਿਲ ਤੋਂ ਗਹਿਰਾਈਆਂ ਤੋਂ। ਕਿਸਾਨ ਬਹੁਤ ਤੰਗ ਹੈ ਅੱਜ ਦੇ ਟਾਈਮ 'ਚ ਔਰ ਟਰੈਕਟਰ ਫੂਕੋਗੇ, ਕਿਉਂਕਿ ਤੁਸੀਂ ਤਾਂ ਟਰੈਕਟਰ ਫੂਕੋਗੇ। ਬਿਲਕੁਲ ਨਹੀਂ, ਅਸੀਂ ਐਸਾ ਕੋਈ ਕੰਮ ਨਹੀਂ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਦਰਦ ਸਮਝਦੀ ਹੈ ਔਰ ਕੋਈ ਵੀ ਐਸਾ ਕੰਮ ਨਹੀਂ ਕਰੇਗੀ ਜਿਸ ਨਾਲ ਕਿਸਾਨਾਂ ਨੂੰ ਤਕਲੀਫ ਹੋਏ। ਔਰ ਇਹ ਲੋਕ ਜੋ ਟਰੈਕਟਰ ਫੂਕਣ ਦੇ ਨਾਟਕ ਕਰ ਰਹੇ ਨੇ, ਇਹਨਾਂ ਦੇ ਮੈਨੀਫੈਸਟੋ ਪੜ੍ਹ ਲਓ, ਇਹਨਾਂ ਦੀ ਗੱਲ ਸੁਣ ਲਓ ਤੁਸੀਂ। ਇਹ ਬਿਲਕੁਲ ਝੂਠ ਬੋਲਦੇ ਨੇ ਔਰ ਜੋ ਇਹਨਾਂ ਦੇ ਮੁੱਖ ਮੰਤਰੀ ਨੇ ਇੱਥੇ ਅਸੈਂਬਲੀ 'ਚ ਸੈਸ਼ਨ ਬੁਲਾ ਕੇ ਜੋ ਨਾਟਕ ਕਰਿਆ ਆਪਣਾ, ਉਹ ਬਿਲਕੁਲ ਦਿੱਲੀ ਨਹੀਂ ਭੇਜਿਆ, ਸਿਰਫ ਕਾਗਜ਼ਾਂ ਰਾਹੀਂ ਰੋਲ ਕੇ ਰੱਖ ਦਿੱਤਾ। ਤਾਂ ਤੁਸੀਂ ਸੁਣਿਆ ਕਿ ਇਹਨਾਂ ਵਰਕਰਾਂ ਦਾ ਕਹਿਣਾ, ਅਕਾਲੀ ਵਰਕਰਾਂ ਦਾ ਕਹਿਣਾ ਕਿ ਚਾਹੇ ਜਿੰਨਾ ਮਰਜ਼ੀ ਵੱਡਾ ਹਜੂਮ ਹੋਵੇ, ਪੰਜਾਬ ਪੁਲਿਸ ਦਾ ਜਿਹੜਾ ਉੱਥੇ ਸਖਤ ਪਹਿਰਾ ਲੱਗਿਆ, ਚੰਡੀਗੜ੍ਹ ਪੁਲਿਸ ਦਾ ਉੱਥੇ ਸਖਤ ਪਹਿਰਾ ਲੱਗਾ, ਪਰ ਸਾਡੇ ਵੱਲੋਂ ਚੰਡੀਗੜ੍ਹ ਦੇ ਵਿੱਚ ਕੂਚ ਕੀਤੀ ਜਾਵੇਗੀ ਅਤੇ ਜੇ ਸਾਨੂੰ ਨਾ ਜਾਣ ਦਿੱਤਾ ਗਿਆ ਤਾਂ ਉੱਥੇ ਪੱਕਾ ਮੋਰਚਾ ਲਗਾਇਆ ਜਾਵੇਗਾ। ਸਾਡੇ ਕੁਝ ਹੋਰ ਆਗੂ ਨੇ। ਕੀ ਨਾਮ ਹੈ ਜੀ ਤੁਹਾਡਾ? ਕ੍ਰਿਸ਼ਨਪਾਲ ਸ਼ਰਮਾ। ਤੁਸੀਂ ਅਕਾਲੀ ਵਰਕਰ ਹੋ ਕਿ ਕਿਸਾਨਾਂ ਦੇ ਨਾਲ ਹੋ? ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੱਚੇ ਸਿਪਾਹੀ ਹਾਂ ਔਰ ਅੱਜ ਕੱਲਾ ਸ਼੍ਰੋਮਣੀ ਅਕਾਲੀ ਦਲ ਨੇ, ਅੱਜ ਸਮੁੱਚਾ ਪੰਜਾਬ ਅੱਜ ਕਿਸਾਨ ਦੇ ਹੱਕ 'ਚ ਸੜਕਾਂ ਤੇ ਆ ਗਿਆ ਔਰ ਹੁਣ ਭਾਰਤੀ ਜਨਤਾ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਕਿ ਸਾਰਾ ਦੇਸ਼ ਹੁਣ ਇਸ ਗੱਲ ਦੇ ਖਿਲਾਫ। ਤੁਸੀਂ ਵੀ ਇਸ ਹੱਕ ਦੇ ਵਿੱਚ ਤੁਸੀਂ ਕੀਤਾ ਕਿ ਪਹਿਲਾਂ ਤੁਸੀਂ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਸੀ। ਕੀ ਗੱਲ ਤੁਹਾਨੂੰ ਖੇਤੀ ਆਰਡੀਨੈਂਸਾਂ ਬਾਰੇ ਪਤਾ ਨਹੀਂ ਸੀ ਲੱਗਿਆ, ਜਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਨਹੀਂ ਗਿਆ, ਜਾਂ ਤੁਹਾਨੂੰ ਉਸ ਬਾਰੇ ਸਮਝ ਨਹੀਂ ਸੀ, ਫਿਰ ਉਸ ਤੋਂ ਬਾਅਦ ਇੱਕਦਮ ਤੁਹਾਡਾ ਯੂ ਟਰਨ ਕਿਉਂ ਆਉਂਦਾ? ਕੋਈ ਯੂ ਟਰਨ ਨਹੀਂ। ਸਭ ਤੋਂ ਪਹਿਲਾਂ ਜਦ ਅੱਜ ਸਰਕਾਰ ਦੀ ਨੀਤੀ 'ਚ ਖੋਟ ਸਾਬਤ ਹੋਈ ਹੈ ਤਾਂ ਅਸੀਂ ਇਸ ਗੱਲ ਤੋਂ ਵਿਡਰਾਅ ਕੀਤਾ। ਜਦ ਐਮਐਸਪੀ ਸਰਕਾਰ ਦੇਣ ਤੇ ਰਾਜੀ ਹੈ, ਜਦ ਜ਼ਬਾਨੀ ਲੋਕ ਸਭਾ ਰਾਜ ਸਭਾ 'ਚ ਕਹਿੰਦੇ ਵੀ ਅਸੀਂ ਐਮਐਸਪੀ ਦੇਵਾਂਗੇ, ਤਾਂ ਕਾਨੂੰਨ 'ਚ ਕਿਉਂ ਨਹੀਂ ਲਿਖਦੇ? ਕਾਨੂੰਨ 'ਚ ਲਿਖਣ 'ਚ ਹਰਜਾ ਕੀ ਹੈ ਸਰਕਾਰ? ਤੁਹਾਡੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਐਮਐਸਪੀ ਖਤਮ ਨਹੀਂ ਹੋਊਗੀ, ਕਿਆ ਤੁਹਾਡੇ ਵੱਲੋਂ ਵੀ ਉਦੋਂ ਇਹੀ ਜਾਂਦਾ ਸੀਗਾ? ਸਰਕਾਰ ਦੀ ਅਸ਼ੋਰੈਂਸ ਤੇ ਕਹਿ ਰਹੇ ਸੀ। ਅੱਜ ਵੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰ ਰਹੇ ਹਾਂ ਬਾਰ-ਬਾਰ ਕਿ ਕੋਈ ਸਮਾਂ ਰਾਜਨੀਤੀ ਕਰਨ ਦਾ ਨਹੀਂ। ਅੱਜ ਕਿਸਾਨ ਸੜਕਾਂ ਤੇ ਰੁਲ ਰਿਹਾ। ਅੱਜ ਲੋੜ ਇਸ ਗੱਲ ਦੀ ਹੈ ਵੀ ਐਮਐਸਪੀ ਨੂੰ ਕਾਨੂੰਨ 'ਚ ਸ਼ਾਮਲ ਕਰ ਦਿਓ। ਜਿੱਦ ਨਾ ਕਰੀਏ। ਆਪਾਂ ਜਦ ਤਾਨਾਸ਼ਾਹੀ ਜਿਹੜਾ ਵਤੀਰਾ ਅੱਜ ਆਪਾਂ ਫੜੀ ਬੈਠੇ ਆ, ਇਹ ਤਾਨਾਸ਼ਾਹੀ ਵਤੀਰਾ ਲੋਕਾਂ ਦੇ ਹਿੱਤ ਵੀ ਨਹੀਂ, ਸਰਕਾਰ ਦੇ ਹਿੱਤ ਵੀ ਨਹੀਂ ਹੈ। ਤੁਹਾਡੇ ਭਾਈਵਾਲੀ ਆ, ਲੋਕ ਕਹਿੰਦੇ ਨੇ ਕਿ ਅਕਸਰ ਜਦੋਂ ਜੰਮੂ ਕਸ਼ਮੀਰ ਜਦੋਂ 370 ਧਾਰਾ ਹਟਾਈ ਗਈ ਸੀ, ਉਦੋਂ ਹੀ ਅਕਾਲੀ ਦਲ ਨੂੰ ਜੋ ਆਪਣਾ ਪਿੱਛੇ ਗੱਠਜੋੜ ਤੋੜ ਲੈਣਾ ਚਾਹੀਦਾ ਸੀ। ਕਹਿੰਦੇ ਹੁਣ ਇਹਨਾਂ ਨੇ ਗੱਠਜੋੜ ਤੋੜਿਆ ਕਿਉਂਕਿ ਕਿਸਾਨਾਂ ਜਿਹੜਾ ਰੋਸ਼ ਆ ਉਹ ਬਹੁਤ ਵੱਧਦਾ ਜਾ ਰਿਹਾ। ਤੁਸੀਂ ਕੀ ਸਮਝਦੇ ਹੋ? ਅਸੀਂ ਜਿਹੜਾ ਗੱਠਜੋੜ ਤੋੜਿਆ ਜਾਂ ਤੋੜਨਾ, ਉਹ ਨਾ ਉਹਨਾਂ ਲੋਕਾਂ ਦੇ ਕਹੇ ਤੇ ਤੋੜਨਾ ਹੈ, ਨਾ ਕਾਂਗਰਸ ਦੇ ਕਹੇ। ਲੋਕਾਂ ਦੀ ਪਾਰਟੀ ਹੈ ਨਾ, ਫਿਰ ਲੋਕਾਂ ਦੀ ਪਾਰਟੀ ਹੈ ਨਾ, ਇਹ ਲੋਕਾਂ ਦੀ ਪਾਰਟੀ ਹੈ ਤਾਂ ਲੋਕਾਂ ਦੇ ਤੁਸੀਂ ਮੰਨੋਗੇ ਕਿ ਨਹੀਂ ਮੰਨੋਗੇ? ਅਸੀਂ ਲੋਕਾਂ ਦੇ ਹੱਕ 'ਚ ਖੜੇ ਆ। ਅਸੀਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਮੈਂ ਲੋਕਾਂ ਦੀ ਗੱਲ ਕਰ ਰਿਹਾ। ਲੋਕਾਂ ਦੇ ਵਿੱਚ ਵੀ ਰੋਸ ਹੈ। ਲੋਕ ਵੀ ਕਹਿੰਦੇ ਨੇ ਕਿ ਪਹਿਲਾਂ ਕਿਉਂ ਨਹੀਂ ਤੁਸੀਂ ਤੋੜਿਆ, ਹੁਣ ਕਿਉਂ ਤੋੜਿਆ, ਕਿਉਂ ਹੁਣ ਤੁਹਾਨੂੰ ਪ੍ਰਦਰਸ਼ਨ ਦੇਖਦੇ ਤਾਂ ਵਾਸਤੇ? ਇਹ ਕੋਈ ਲੋਕ ਨਹੀਂ ਕਹਿ ਰਿਹਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਹੀ ਕਿਸਾਨਾਂ ਦੀ ਪਾਰਟੀ ਰਹੀ ਹੈ, ਕਿਸਾਨਾਂ ਦੇ ਹਿੱਤਾਂ ਵਾਸਤੇ ਖੜਦੀ ਰਹੀ ਹੈ, ਅੱਗੇ ਨੂੰ ਵੀ ਡਟ ਕੇ ਖੜੇਗੀ। ਅਸੀਂ ਲੋਕਾਂ ਦਾ ਜਿਹੜਾ ਫਤਵਾ ਹੈ, ਲੋਕਾਂ ਦੀ ਲੋਕ ਰਾਜ ਹੁੰਦਾ ਕੀ ਆ? ਲੋਕਾਂ ਵਾਸਤੇ ਹੁੰਦਾ। ਜਿੱਦਣ ਲੋਕ ਹਿੱਤਾਂ ਵਾਸਤੇ ਜਦ ਸਾਰੇ ਹਿੱਤ ਖੜਨ ਲੱਗ, ਲੋਕ ਖੜਨ ਇਕੱਠੇ ਹੋ ਜਾਣਗੇ, ਤਾਂ ਮੈਂ ਸਮਝਦਾ ਵੀ ਲੋਕ ਰਾਜ ਸਹੀ ਅਰਥਾਂ 'ਚ ਕਾਮਯਾਬ ਹੋਏਗਾ। ਲੋਕ ਰਾਜ ਦਾ ਮਤਲਬ ਤਾਨਾਸ਼ਾਹੀ ਨਹੀਂ ਹੁੰਦਾ। ਲੋਕ ਰਾਜ ਦਾ ਮਤਲਬ ਹੈ ਲੋਕਾਂ ਦੇ ਨਾਲ, ਲੋਕਾਂ ਦੇ ਲਈ, ਲੋਕਾਂ ਵਾਸਤੇ। ਰਾਸ਼ਟਰਪਤੀ ਦੇ ਸਾਈਨ ਹੋ ਗਏ ਆ। ਪਹਿਲਾਂ ਜਦੋਂ ਆਮ ਆਦਮੀ ਪਾਰਟੀ ਵਾਲੇ ਜਾਂਦੇ ਸੀ, ਕਾਂਗਰਸ ਵਾਲੇ ਜਾਂਦੇ ਸੀ ਮੈਮੋਰੈਂਡਮ ਦੇਣ ਵਾਸਤੇ, ਰਾਜਪਾਲ ਨੂੰ ਕਹਿੰਦੇ ਡਰਾਮੇਬਾਜ਼ੀ ਕਰਦੇ ਆ ਤਾਂ ਕੋਈ ਫਾਇਦਾ ਨਹੀਂਗਾ। ਹੁਣ ਅੱਜ ਤੁਸੀਂ ਚੱਲੇ ਹੋ, ਐਡੇ ਵੱਡੇ ਇਕੱਠ 'ਚ ਚੱਲੇ ਹੋ, ਕੋਈ ਫਾਇਦਾ ਹੋਊਗਾ ਕਿ ਇਹ ਵੀ ਡਰਾਮੇਬਾਜ਼ੀ ਆ? ਫਿਰ ਅਸੀਂ ਹੁਣ ਵੀ ਸਰਕਾਰ ਨੂੰ ਬਾਰ-ਬਾਰ ਇਹ ਬੇਨਤੀ ਕਰ ਰਹੇ ਹਾਂ ਕਿ ਇਸ ਕਾਨੂੰਨ ਨੂੰ ਵਾਪਸ ਲੈ ਕੇ ਕਿਸਾਨ ਹਿੱਤੂ ਜਿਹੜੀ ਸ਼ਰਤਾਂ ਉਹਦੇ ਸ਼ਾਮਲ ਕਰ ਲਓ। ਜਿੱਦ ਨਾ ਕਰੀਏ। ਇਸ ਵਾਸਤੇ ਇਹ ਲੋਕ ਆਪ ਮੁਹਾਰੇ ਇਕੱਠੇ ਹੋਏ ਆ, ਇਹਨਾਂ ਨੂੰ ਕਿਸੇ ਨੇ ਇਕੱਠਾ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਅੱਜ ਜਿਹੜਾ ਇਹ ਇਕੱਠ ਹੈ ਡੇਰਾਬੱਸੀ ਹਲਕੇ ਦਾ। ਅਸੀਂ ਪੂਰੇ ਮੋਹਾਲੀ ਜ਼ਿਲ੍ਹੇ 'ਚੋਂ ਸਾਡੇ ਪ੍ਰਧਾਨ ਸ਼੍ਰੀ NK ਸ਼ਰਮਾ ਜੀ ਹੈਗੇ ਆ, ਉਹਨਾਂ ਦੀ ਅਗਵਾਈ 'ਚ ਅੱਜ ਅਸੀਂ ਮਾਰਚ ਕਰਨ ਲੱਗੇ ਹਾਂ। ਔਰ ਮੈਂ ਸਮਝਦਾ ਵੀ ਸਰਕਾਰ ਨੂੰ ਲੋਕਾਂ ਦਾ ਰੋਹ ਦੇਖਦੇ ਹੋਏ ਹੁਣ ਜ਼ਰੂਰ ਕੋਈ ਨਾ ਕੋਈ ਕਦਮ ਐਸਾ ਚੁੱਕਣਾ ਚਾਹੀਦਾ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਾਡਾ ਸਮਰਥਨ ਦੇਣਾ ਤਾਂ ਸਾਡੇ ਝੰਡੇ ਥੱਲੇ ਆਉਣ, ਆਪਣੇ ਝੰਡੇ ਨਾ ਲਗਾਉਣ, ਸਾਡੀ ਅਗਵਾਈ ਦੇ ਵਿੱਚ ਰਹਿਣ। ਕੀ ਲੱਗਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਆਪਣਾ ਅਲੱਗ ਤੋਂ ਮੁਹਿੰਮ ਵਿੱਢੂਗੀ ਕਿ ਉਹਨਾਂ ਦੇ ਝੰਡੇ ਥੱਲੇ ਜਾਣਗੇ? ਸਾਨੂੰ ਕਿਸੇ ਝੰਡੇ ਥੱਲੇ ਜਾਣ ਤੋਂ ਕੋਈ ਗੁਰੇਜ਼ ਨਹੀਂ। ਕਿਸਾਨ ਦਾ ਹਿੱਤ ਹੋਣਾ ਚਾਹੀਦਾ। ਅਸੀਂ ਹਰ ਉਸ ਝੰਡੇ ਥੱਲੇ ਜਾਵਾਂਗੇ ਜਿਹੜਾ ਕਿਸਾਨ ਦੇ ਹਿੱਤ ਸੋਚੇਗਾ। ਤਾਂ ਇਹਨਾਂ ਦਾ ਕਹਿਣਾ ਹੈ ਕਿ ਉਹੀ ਗੱਲਾਂ ਕਿ ਅਸੀਂ ਜੋ ਹੈ ਕਿਉਂ ਵਾਪਸ ਹੋਏ, ਕਿਉਂ ਅਸੀਂ ਜੋ ਹੈ ਕੇਂਦਰ ਨਾਲ ਗੱਠਜੋੜ ਤੋੜਿਆ। ਇਹਨਾਂ ਦਾ ਕਹਿਣਾ ਕਿ ਸਾਨੂੰ ਚੰਗੀ ਤਰ੍ਹਾਂ ਇੰਸ਼ੋਰੈਂਸ ਨਹੀਂ ਦਿੱਤਾ ਗਿਆ ਕਿ ਜਿਹੜੇ ਇਹ ਖੇਤੀ ਆਰਡੀਨੈਂਸ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਜਦੋਂ ਉਹਨਾਂ ਵੱਲੋਂ ਕੇਂਦਰ ਵੱਲੋਂ ਚੰਗੀ ਤਰ੍ਹਾਂ ਇੰਸ਼ੋਰੈਂਸ ਨਹੀਂ ਦਿੱਤਾ ਗਿਆ, ਇਸ ਕਰਕੇ ਅਸੀਂ ਜੋ ਹੈ ਵਜ਼ੀਰ ਨੂੰ ਲੱਤ ਮਾਰੀ ਅਤੇ ਗੱਠਜੋੜ ਤੋਂ ਬਾਹਰ ਆਏ। ਤੁਸੀਂ ਦੇਖ ਸਕਦੇ ਹੋ ਤਮਾਮ ਜੋ ਹੈ ਵੱਡੀ ਕਤਾਰ ਲੱਗੀ ਹੋਈ ਹੈ, ਟਰੈਕਟਰਾਂ ਤੇ ਨੌਜਵਾਨ ਚੜ੍ਹੇ ਨੇ। ਇਹਨਾਂ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕਿਉਂ ਇੱਥੇ ਆਏ ਨੇ ਤੇ ਕੀ ਇਹਨਾਂ ਨੂੰ ਇਹ ਸਾਰੇ ਮੁੱਦੇ ਦਾ ਪਤਾ ਵੀ ਹੈ ਜਾਂ ਨਹੀਂ। ਟਰੈਕਟਰਾਂ ਤੇ ਬੈਠੇ ਹੋ ਬਾਈ,
ਕਿਉਂ ਆਏ ਹੋ ਇੱਥੇ ਅੱਜ, ਪਤਾ ਕੁਛ? ਹਾਂਜੀ, ਕਿਸਾਨਾਂ ਨੂੰ ਜਿਵੇਂ ਇਹਨਾਂ ਨੇ ਇੱਕੋ ਨਾਰਾ ਕਿਸਾਨ ਪਿਆਰਾ, ਕੀ ਕਿਉਂ ਆਏ ਹੋ ਦੱਸੋ? ਜਿਹੜਾ ਮੋਦੀ ਸਰਕਾਰ ਨੇ ਬਿੱਲ ਪਾਸ ਕੀਤਾ ਹੈ ਕਿਸਾਨਾਂ ਦੇ ਵਿਰੁੱਧ, ਫਸਲਾਂ ਦੇ ਵਿਰੁੱਧ, ਉਸ ਕਰਨ ਆਏ ਆ ਜੀ। ਕੀ ਨੁਕਸਾਨ ਹੋਊਗਾ ਇਹਦੇ ਨਾਲ ਕਿਸਾਨਾਂ ਨੂੰ ਦੱਸੋ? ਉਹਨਾਂ ਨਾਲ ਕਿਸਾਨਾਂ ਨੂੰ ਜਿਹੜੇ ਅੱਗੇ ਮੀਨਸ ਕਿ ਫਸਲਾਂ ਦੇ ਉਹ ਮਿਲਦੇ ਸੀ ਮੁੱਲ, ਉਹ ਘਟ ਗਏ ਨੇ, ਮਤਲਬ ਉਹ ਸਿੱਧਾ ਪ੍ਰਾਈਵੇਟ ਕੰਪਨੀਆਂ ਖਰੀਦਣਗੇ। ਆ ਤੁਸੀਂ ਸੁਣਿਆ ਕਿ ਨੌਜਵਾਨਾਂ ਨੂੰ ਪਤਾ ਕੁਛ, ਤੁਹਾਨੂੰ ਪਤਾ ਹੈ? ਹਾਂਜੀ ਪਤਾ ਹੈ। ਜਿਹੜੇ ਕਿਸਾਨਾਂ ਦੇ ਰੇਟ, ਫਸਲਾਂ ਦੇ ਰੇਟ ਉਹ ਘੱਟ ਕਰ ਗਏ ਨੇ, ਹੁਣ ਉਹਦੇ ਕਰਕੇ ਜ਼ਿਆਦਾ ਆਉਣਗੇ। ਤਾਂ ਨੌਜਵਾਨਾਂ ਨੂੰ ਜੋ ਆ ਉੱਪਰ ਪਤਾ, ਤੁਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਦੇਖੋ ਟਰੈਕਟਰਾਂ ਦੀਆਂ ਕਤਾਰਾਂ ਖੜੀਆਂ ਨੇ, ਇੱਕ ਸਾਈਡ ਤੇ ਲੱਗੇ ਨੇ, ਇੱਥੇ ਨੌਜਵਾਨ ਬੈਠੇ ਨੇ, ਨੌਜਵਾਨ ਟਰੈਕਟਰ ਚਲਾਉਣਗੇ, ਕਿਸਾਨ ਭਰਾ ਨੇ, ਇਹ ਸਾਰੇ ਅਕਾਲੀ ਵਰਕਰ ਨੇ। ਪਰ ਮੈਨੂੰ ਕਿਸਾਨ ਜੋ ਹੈ ਇੱਥੇ ਨਹੀਂ ਦਿਖ ਰਿਹਾ, ਕਿਸਾਨ ਮੈਨੂੰ ਕਿਤੇ ਵੀ ਨਹੀਂ ਦਿਖ ਰਿਹਾ, ਅਕਾਲੀ ਵਰਕਰ ਨੇ ਇਹ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੱਗੇ ਨੇ ਅਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਹੈ ਝੰਡਾ ਲੱਗਿਆ, ਦੂਸਰੇ ਪਾਸੇ ਕਿਸਾਨ ਏਕਤਾ ਯੂਨੀਅਨ ਦਾ ਝੰਡਾ ਲੱਗਿਆ। ਨੌਜਵਾਨ ਨੇ, ਨੌਜਵਾਨਾਂ ਨਾਲ ਗੱਲ ਕਰਾਂਗੇ। ਬਾਈ ਰੈਲੀ ਤੇ ਚੱਲੇ ਹੋ, ਪਤਾ ਕਿਉਂ ਚੱਲੇ ਹੋ? ਪਤਾ ਜੀ, ਕਿਸਾਨ ਯੂਨੀਅਨ ਲਈ ਚੱਲੇ ਆ ਜੀ, ਆਪਾਂ ਆਪਣਾ ਹੱਕ ਲੈਣ ਲਈ ਚੱਲੇ ਆ। ਕਿਹੜੇ ਹੱਕ ਲੈਣ ਲਈ ਚੱਲੇ ਹੋ? ਜਿਹੜੀ ਇਹ ਧਾਰਾ ਲੱਗੀ ਹੈ ਜੀ ਆਪਣਾ, ਇਹਦੇ ਖਿਲਾਫ ਆਪਾਂ ਮਤਲਬ ਕਿ ਰੋਸ਼ ਕਰਨਾ ਹੈ, ਜਿਵੇਂ ਪ੍ਰਦਰਸ਼ਨ ਕਰਨਾ ਹੈ, ਆਪਾਂ ਰੈਲੀ ਕੱਢਣੀ ਹੈ, ਜਿਵੇਂ ਉਹਦੇ ਲਈ ਚੱਲੇ ਆ ਜੀ। ਆਪਣਾ ਹੱਕ। ਕੀ ਨੁਕਸਾਨ ਹੋਊਗਾ ਇਹਦੇ ਨਾਲ ਕਿਸਾਨਾਂ ਨੂੰ? ਨੁਕਸਾਨ ਹੀ ਨੁਕਸਾਨ ਹੈ ਜੀ, ਵੈਸੇ ਦੇਖਿਆ ਜਾਵੇ ਤਾਂ। ਕੀ ਨੁਕਸਾਨ ਹੈ? ਨੁਕਸਾਨ ਇਹ ਹੈ ਵੀ ਜਿਵੇਂ ਹੁਣ ਵਿੱਚ ਜੋ ਆਪਣਾ ਮਤਲਬ ਕਿ ਇਹ ਆਪਣਾ ਆੜਤੀ ਹੈ, ਹੁਣ ਆਪਾਂ ਨੂੰ ਅੱਧੀ ਰਾਤ ਜਿਵੇਂ ਲੋੜ ਪੈ ਜਾਂਦੀ ਹੈ ਪੈਸੇ ਦੀ, ਆਪਾਂ ਮਿੰਟ 'ਚ ਫੋਨ ਮਾਰ ਦਿੰਦੇ ਆ, ਉਹ ਪੈਸੇ ਲੈ ਕੇ ਆ ਜਾਂਦੇ ਆ। ਕੱਲ੍ਹ ਨੂੰ ਆਪਾਂ ਕਿਹਦੇ ਕੋਲ ਫੋਨ ਕਰੂੰਗੇ? ਜੇ ਬੈਂਕ ਕੋਲ ਜਾਓਗੇ, ਬੈਂਕ ਕੋਲ 2-3 ਦਿਨ ਲੱਗਣੇ ਆ ਪਾਸ ਹੋਣ ਨੂੰ ਲੋਨ, ਪੈਸੇ ਤਾਂ ਮਿਲਣੇ ਨਹੀਂ। ਬੰਦੇ ਨੂੰ ਅਰਜੈਂਟ ਲੋੜ ਪੈਂਦੀ ਹੈ, ਫਿਰ ਆੜਤ ਕੋਲ ਹੀ ਜਾਊਗਾ ਨਾ। ਤਾਂ ਤੁਸੀਂ ਸੁਣਿਆ ਕਿ ਨੌਜਵਾਨਾਂ ਨੂੰ ਬਸ ਉੱਪਰੋਂ ਪਤਾ ਹੈ ਕਿ ਇਹ ਜੋ ਖੇਤੀ ਆਰਡੀਨੈਂਸ ਨੇ ਕੀ ਨੇ। ਮੈਂ ਇੱਕ ਵਾਰ ਕਹੂੰਗਾ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਉਣਗੇ। ਦੇਖੋ ਵੱਡੀ ਗਿਣਤੀ ਦੇ ਵਿੱਚ ਜੋ ਹੈ ਇੱਥੇ ਟਰੈਕਟਰ ਖੜੇ ਨੇ। ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਜੋ ਹੈ ਬੀਬਾ ਹਰਸਿਮਰਤ ਕੌਰ ਬਾਦਲ ਇੱਥੇ ਪਹੁੰਚਣਗੇ, ਜਿੱਥੋਂ ਇਹ ਕਾਫਲਾ ਉਹਨਾਂ ਦੇ ਨਾਲ ਰਲੇਗਾ। ਅਸੀਂ ਤੁਹਾਨੂੰ ਟਰੈਕਟਰਾਂ ਦੇ ਇਕੱਠ ਦੇ ਵਿੱਚੋਂ ਦੀ ਲੈ ਕੇ ਜਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਇੱਥੇ ਨੌਜਵਾਨ ਨੇ ਤੇ ਇਹ ਸਾਰੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਨੇ। ਬਾਈ ਜੀ ਅੱਗੇ ਬਹੁਤ ਤਗੜਾ ਨਾਕਾ ਲੱਗਿਆ ਚੰਡੀਗੜ੍ਹ ਪੁਲਿਸ ਦਾ ਤੇ ਪੰਜਾਬ ਪੁਲਿਸ ਦਾ, ਕਹਿੰਦੇ ਲੰਘਣ ਨਹੀਂ ਦੇਣਾਗਾ। ਲੰਗਰ ਤਾਂ ਬਹੁਤ ਦੇਰ ਖਾਇਆ ਜੀ ਉਰਾ। ਲੰਘਣ ਕਹਿੰਦੇ ਜਾਣ ਨਹੀਂ ਦੇਣਾਗਾ। ਜਿਆਦਾ ਜੱਟ ਆਈ ਆਪਣੀ ਆਵਾਜ਼ ਆ ਨਾ ਜੀ, ਫਿਰ 1 ਇੰਚ ਨਹੀਂ ਦਿੰਦਾ ਹੈ ਪੁਲਿਸ ਤੋਂ। ਕਿਆ ਚੀਜ਼ ਆ, ਠੀਕ ਹੈ ਨਾ, ਆਪਣੀ ਆਈ ਬਰਾਇਆ ਵਾ ਜੱਟ ਸੁਹਾਗੇ ਵਾ ਮਾਣ ਨਹੀਂ ਹੁੰਦਾ। ਅੱਜ ਟਰੈਕਟਰਾਂ ਵਾ ਬੈਠੇ ਹੈ, ਕਹਿੰਦੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਵਿਗੜ ਜੂਗੀ ਜੇ ਅਸੀਂ ਜਾਣ ਦੇਤਾ ਤਾਂ। ਵਿਗਾੜੀ ਕਿਹਨੇ ਆ? ਅਮਨ ਕਾਨੂੰਨ ਜ਼ਿਮੀਂਦਾਰਾਂ ਦਾ ਨਹੀਂ ਵਿਗੜਿਆ, ਵਿਗਾੜਿਆ ਤਾਂ ਮੋਦੀ ਨੇ ਹੈ। ਮੋਦੀ ਜ਼ਿਮੀਂਦਾਰਾਂ ਨੂੰ ਜਦ ਆਪਣੀ ਮਰਜ਼ੀ 'ਚ ਇਹ ਰੋਟੀ ਖਾ ਰਹੇ ਆ, ਆਪਣਾ ਕਰ ਰਹੇ ਹੈ, ਜਦ ਇਸ ਨੂੰ ਦਿਖ ਰਿਹਾ ਇੱਕ ਪਾਸੇ ਤਾਂ ਇਹ ਕਹਿੰਦਾ ਮੈਂ ਜ਼ਿਮੀਂਦਾਰਾਂ ਦਾ ਫਾਇਦਾ ਕਰ ਰਿਹਾ, ਦੂਜੇ ਪਾਸੇ ਇਹ ਯਾਨੀ ਕਿ ਇੱਕ ਛੋਟੀ ਜੀ ਮਿਸਾਲ ਹੈ, ਮਨੋਹਰ ਲਾਲ ਖੱਟਰ ਕਹਿੰਦਾ ਮੈਂ ਪੰਜਾਬ ਦੀ ਜੀਰੀ ਨਹੀਂ ਗਿਰਨ ਦਿੰਦਾ ਹੈਗਾ। ਇੱਕ ਪਾਸੇ ਕਹਿੰਦੇ ਵੀ ਜ਼ਿਮੀਂਦਾਰ ਜਿੱਥੇ ਮਰਜ਼ੀ ਵੇਚਦੇ, ਹੋਰ ਸਾਲਾ ਨਾਗਾਲੈਂਡ 'ਚ ਵੇਚ ਕੇ ਆਉਂਗੇ ਅਸੀਂ। ਜਦ ਅਸੀਂ ਮੰਡੀਆਂ 'ਚ ਆਪਣੀ ਮਰਜ਼ੀ ਨਾਲ ਖਾ ਰਹੇ ਹਾਂ, ਆਪਣੀ ਮਰਜ਼ੀ ਨਾਲ ਕਰ ਰਹੇ ਹਾਂ, ਇਹਨੂੰ ਸਾਡੇ ਜ਼ਿਮੀਂਦਾਰਾਂ ਦੀ ਕਿਆ ਫਿਕਰ ਕਰਨ ਦੀ? ਤੁਸੀਂ ਅਕਾਲੀ ਦਲ ਦੇ ਝੰਡੇ ਹੇਠਾਂ ਹੋ ਕਿ ਕਿਸਾਨ ਦੇ ਝੰਡੇ ਹੇਠਾਂ ਹੋ? ਅਸੀਂ ਅਕਾਲੀ ਦਲ ਦੇ ਥੱਲੇ ਵੀ ਹੈਗੇ, ਕਿਸਾਨ ਵੀ ਹੈਗੇ। ਅਸੀਂ ਆਹੀ ਜੇ ਮੰਨ ਲਓ ਹੁਣ ਤੁਸੀਂ ਕਿਸਾਨੀ ਦੀ ਗੱਲ ਕੀਤੀ, ਆਹੀ ਜਿਹੜਾ ਅਕਾਲੀ ਦਲ ਹੈ ਪਹਿਲਾਂ ਇਹਨਾਂ ਖੇਤੀ ਆਰਡੀਨੈਂਸਾਂ ਦੇ ਸਮਰਥਨ ਦੇ ਵਿੱਚ ਸੀਗਾ, ਅੱਜ ਇਹਦੇ ਵਿਰੋਧ ਦੇ ਵਿੱਚ ਹੈ। ਇੱਕੋ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਜਿਵੇਂ ਗਿਰਗਟ ਰੰਗ ਬਦਲਦਾ ਉਹਦਾ ਰੰਗ ਬਦਲ ਲਿਆ। ਕਿਵੇਂ ਦੇਖਦੇ ਹੋ ਇਹਨੂੰ? ਨਹੀਂ ਬਦਲਿਆ ਹੈਗਾ, ਹੁਣ ਇਹ ਜਨਤਾ ਹੈ, ਇਹ ਜਨਤਾ ਨੂੰ ਮੈਂ ਕਹਿੰਦਾ ਵੀ ਤੁਹਾਡਾ ਬਿੱਲ ਮੈਂ ਪਾਸ ਕਰੂੰਗਾ, ਇਹਦੇ 'ਚ MSP ਲਿਖ ਦਿਆਂਗਾ। ਜਦੋਂ ਤੱਕ ਇਹਨਾਂ ਨੇ ਕਿਹਾ ਵੀ ਅਸੀਂ ਲਿਖੂਗੇ ਤਾਂ ਠੀਕ ਹੈ, ਜਦੋਂ ਇਹਨਾਂ ਨੇ ਲਿਖਿਆ ਨਹੀਂ ਹੈਗਾ MSP ਤਾਂ ਗਿਰਗਟ ਦਾ ਹਰ ਬੰਦਾ ਬਦਲਦਾ ਹੈ ਰੰਗ। ਜਦੋਂ ਮੇਰਾ ਪਿਓ ਮੈਨੂੰ ਕਹੂਗਾ ਵੀ ਆਹ ਜ਼ਮੀਨ ਹੈ ਮੈਂ ਤੇਰੇ ਨਾਂ ਕਰਾ ਦੇਵਾਂਗਾ, ਜਦੋਂ ਉਹਨੇ ਨਹੀਂ ਕਰਾਈ ਫਿਰ ਮੈਂ ਬਦਲਾਂਗਾ ਨਹੀਂ। ਤੁਸੀਂ ਅਕਾਲੀ ਦਲ ਤੇ ਭਰੋਸਾ ਕਰਦੇ ਸੀਗੇ, ਕਹਿੰਦਾ ਅਕਾਲੀ ਦਲ ਦੇ ਭਰੋਸਾ ਨਹੀਂ ਕਰਦੇ ਅਸੀਂ। ਜੋ ਆਪਣਾ ਇੱਕ ਲੀਡਰ ਹੁੰਦਾ ਹੈ ਉਹਦੇ ਭਰੋਸਾ ਹੁੰਦਾ ਹੈ ਵੀ ਉਹ ਲੱਗੂਗਾ ਨਾਲ, ਪਰ ਜਦੋਂ ਇਹਨਾਂ ਨੇ ਨਹੀਂ ਸਾਡੀ MSP ਕੀਤੀ ਅਸੀਂ ਹਟ ਗਏ। ਅਸੀਂ ਇਹ ਅਕਾਲੀ ਦਲ ਜ਼ਿਮੀਂਦਾਰਾਂ ਦੀ ਸਭ ਤੋਂ ਵੱਡੀ ਪਾਰਟੀ ਹੈ, ਕਿਸਾਨਾਂ ਦੀ ਸਭ ਤੋਂ ਵੱਡੀ ਪਾਰਟੀ ਹੈ। ਆ ਗਏ ਮੈਦਾਨ 'ਚ ਜਦੋਂ ਨਹੀਂ ਲਿਖਿਆ ਇਹਨਾਂ ਨੇ, ਤੇ ਜਿਹੜੇ ਇਹ ਜਾਮ ਜੂਮ ਪੁਲਿਸ ਵਾਲੇ ਖੜੇ ਨਾ, ਉਹ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ। ਪੰਜਾਬ ਕਿੰਨੀ ਵਾਰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਮੁੜ ਕੇ ਇਹ ਵਸਦਾ ਰਿਹਾ
ਤੇ ਅੱਜ ਵੀ ਸਾਡੇ 'ਚ ਇੰਨਾ ਜਨੂਨ ਹੈਗਾ ਤੇ ਆਪਣੇ ਰਸਤੇ ਅਸੀਂ ਆਪ ਬਣਾਉਣੇ। ਬੜਾ ਸਖਤ ਪਹਿਰਾ ਲੱਗਿਆ ਉੱਥੇ, ਘੋੜਿਆਂ ਤੇ ਪੁਲਿਸ ਮੁਲਾਜ਼ਮ ਮੌਜੂਦ ਨੇ, ਹੱਥਾਂ 'ਚ ਡੰਡੇ ਫੜੇ ਨੇ, ਬੈਰੀਕੇਡ ਲੱਗੇ ਨੇ, ਵੱਟ ਕੈਨਨਾਂ ਲੱਗੀਆਂ ਨੇ, ਕਹਿੰਦੇ ਅਸੀਂ ਜਮਾ ਲੰਘਣ ਨਹੀਂ ਦੇਣਾ, ਬਾਰਡਰ ਕ੍ਰੋਸ ਨਹੀਂ ਕਰਨ ਦੇਣਾਗਾ। ਉਹ ਵੀ ਤਾਂ ਸਾਡੇ ਭਰਾ ਨੇ, ਉਹਨਾਂ 'ਚ ਵੀ ਕੋਈ ਜ਼ਿਮੀਂਦਾਰ ਦੇ ਪੁੱਤ ਹੋਣੇ, ਉਹਨਾਂ 'ਚ ਵੀ ਕਿਸਾਨਾਂ ਦੇ ਪੁੱਤ ਹੋਣੇ, ਉਹਨਾਂ ਨੂੰ ਨਹੀਂ ਸ਼ਰਮ ਆਉਂਦੀ ਹੈਗੀ। ਜਦੋਂ 84 'ਚ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ, ਤੁਹਾਨੂੰ ਪਤਾ ਹੈ ਸਿੱਖ ਰਜਮੈਂਟ ਦੀਆਂ 4 ਯੂਨਿਟਾਂ ਬਾਗੀ ਹੋ ਗਈਆਂ ਸੀਗੀਆਂ, ਉਹ ਵੀ ਪੰਜਾਬੀ ਸੀਗੇ। ਇਹ ਬੰਦੇ ਪਿੱਛੇ ਹਟਣ ਵਾਲੇ ਨਹੀਂ, ਇਹ ਮਰਨ ਮਾਰਨ ਦੇ ਹੈਗੇ ਆ, ਪਰ ਲੇਕਿਨ ਇਹਨਾਂ ਨੂੰ ਇਹੀ ਹੈ ਕਿ ਆਪਣਾ ਬਚਾਓ ਕਰ ਲੈਣ। ਇਹ ਮੋਦੀ ਨੇ ਆਪਣੇ ਬਾਪ ਦਾ ਨਹੀਂ ਵੀ ਇੰਡੀਆ ਲੈ ਲਿਆ, ਇੱਥੇ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਗਈਆਂ, ਇਹਨੂੰ ਵੀ ਚੱਲਦਾ ਕਰ ਦੂੰਗੇ। ਹੁਣ ਕਿੱਡੀ ਕੁ ਵੱਡੀ ਗੱਲ ਹੈ, ਇੰਦਰਾ ਗਾਂਧੀ ਤੋਂ ਵੱਡਾ ਤਾਂ ਕੋਈ ਨਹੀਂ ਸੀਗਾ। ਉਹ ਐਂ ਕਹਿੰਦੀ ਸੀ ਮੈਂ ਦੁਨੀਆ ਨੂੰ ਆਪਣੇ ਹੱਥ 'ਚ ਰੱਖਦੀ ਐ, ਉਹਦੇ ਬੋਟੀ ਗੱਡਾ ਨਹੀਂ ਚੱਕਦੀ ਸੀ। ਇਹ ਕੀ ਚੀਜ਼ ਹੈ ਮੋਦੀ? ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੈਗੀ। ਸਾਡੇ ਲੀਡਰ ਹੈ NK ਸ਼ਰਮਾ ਜੀ, ਜ਼ਮੀਨ ਨਾਲ ਜੁੜੇ ਹੋਏ ਹੈ, ਗਰਾਊਂਡ 'ਤੇ ਚੱਲਦੇ ਹੈ। ਕਦੇ ਤੁਸੀਂ ਦੇਖਿਆ ਸ਼ਰਮਾ ਜੀ ਨੂੰ ਵੀ ਕਦੇ ਲੀਡਰਾਂ ਵਾਲੀ ਗੱਲ ਕੀਤੀ? ਉਹਨਾਂ ਦੇ ਪਰਿਵਾਰ ਨੇ ਕੀਤੀ। ਜਦੋਂ ਸਾਡੇ ਕੋਲ ਇਹੋ ਜਿਹੇ ਲੀਡਰ ਹੈਗੇ ਨਾ ਵੀਰ ਜੀ, ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ। ਹੁਣ ਕਦੋਂ ਚੱਲਣਾ ਇੱਥੋਂ, ਕਦੋਂ ਹਰਸਿਮਰਤ ਕੌਰ ਇੱਥੇ ਪਹੁੰਚਣਗੇ ਤੇ ਕਦੋਂ ਉਹਨਾਂ ਦੇ ਕਾਫਲੇ ਨਾਲ ਤੁਸੀਂ ਰਲੋਗੇ? ਜਦੋਂ ਅਸੀਂ ਤਾਂ ਰਲੇ ਹੋਏ ਹਾਂ। ਕਿੰਨੇ ਸਮੇਂ ਤੱਕ ਕਰਾਣਗੇ ਇੱਥੇ? ਉਹ 2:30 ਵਜੇ ਤੱਕ ਇੱਥੇ ਪਹੁੰਚ ਜਾਣੇ ਹੈ ਤੇ ਅਸੀਂ ਨਾਲ ਦੀ ਨਾਲ ਟਰੈਕਟਰਾਂ ਨੂੰ ਸਲਫ ਮਾਰ ਕੇ ਚੱਲ ਜਾਣਾ। ਇਹ ਹੱਥ ਹੀ ਹੁੰਦੇ ਜ਼ਿਮੀਂਦਾਰਾਂ ਦੇ, ਇਹਨਾਂ ਅੱਗੇ ਬੈਰੀਕੇਡ ਕੀ ਕਈ ਤਾਂ ਕਿਸਾਨ ਨੂੰ ਜੋ ਹੈ ਟਰੈਕਟਰ ਦਾ ਪੁੱਤ ਮੰਨਿਆ ਜਾਂਦਾ ਹੈ, ਕਈਆਂ ਨੇ ਟਰੈਕਟਰ ਫੂਕਤੇ, ਉਹਨਾਂ ਨੂੰ ਬੈਰੀਕੇਡ ਲੰਘਦੇ, ਤੁਸੀਂ ਤਾਂ ਨਹੀਂ ਅੱਜ ਫੂਕਣ ਨੂੰ ਤਿਆਰ? ਵੀਰ ਜੀ ਮੇਰੀ ਗੱਲ ਸੁਣੋ, ਉਹ ਕਾਂਗਰਸ ਨੇ ਉਹ ਜਿਹੜਾ ਡਰਾਮਾ ਹੈ ਨਾ, ਉਹ ਡਰਾਮਾ ਨਹੀਂ। ਇੱਕ ਪੁੱਤ ਵੀ ਹੈ, ਇੱਕ ਬਾਪ ਵੀ ਹੈ ਜ਼ਿਮੀਂਦਾਰ ਦਾ, ਸੱਜਾ ਹੱਥ ਵੀ ਹੈਗਾ ਹੈ। ਜੇ ਇਹਨੂੰ ਅਸੀਂ ਫੂਕਣ ਲੱਗ ਗਏ ਫਿਰ ਸਾਡਾ ਕੀ ਹੋਊਗਾ? ਇਹ ਚੀਜ਼ਾਂ ਨਹੀਂ ਹੈਗੀਆਂ। ਪਰ ਜਿਹੜੀ ਤੁਸੀਂ ਵੀਰ ਜੀ ਹਿੰਮਤ ਕਰ ਰਹੇ, ਤੁਸੀਂ ਸਾਨੂੰ ਮਾਲੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਟੀਵੀ ਤੇ, ਜਿਹੜੇ ਇੱਕ ਰਵੀਸ਼ ਕੁਮਾਰ ਨੂੰ ਛੱਡ ਕੇ ਇਹ ਕਿੰਨਾ ਮੀਡੀਆ ਹੈ ਸਾਲਾ, ਉਹ ਕੰਗਨਾ ਰਣਾਵਤ ਤੇ ਇੱਕ ਸੁਸ਼ਾਂਤ ਹੈ, ਉਹੀ ਮਰਦੇ ਇੰਡੀਆ 'ਚ, ਹੋਰ ਕੋਈ ਮਰਿਆ ਨਹੀਂ ਹੈਗਾ। ਇਹ ਮੀਡੀਆ ਵੀ ਸਾਰਾ ਖਰੀਦਿਆ ਹੋਇਆ ਹੈ। ਪਰ ਲੇਕਿਨ ਸਾਨੂੰ ਸਾਡੇ ਲੀਡਰ NK ਸ਼ਰਮਾ ਤੇ ਸੁਖਬੀਰ ਬਾਦਲ ਜੀ ਦੇ ਤੇ ਆਪਣੇ ਆਪ ਤੇ ਭਰੋਸਾ ਹੈਗਾ। ਅਸੀਂ ਇੱਕ ਵਾਰ ਹਥਿਆਰ ਚੱਕ ਲਏ ਫਿਰ ਨਹੀਂ ਪਿੱਛੇ ਹਟਦੇ ਹੈਗੇ। ਤਾਂ ਤੁਸੀਂ ਵੀ ਸੁਣਿਆ ਕਿ ਕਿਸਾਨਾਂ ਦੇ ਇਰਾਦੇ ਪੱਕੇ ਨੇ। ਇਹਨਾਂ ਦਾ ਕਹਿਣਾ ਹੈ ਕਿ ਚਾਹੇ ਜੋ ਜਿਹੜੇ ਬੈਰੀਕੇਡ ਲੱਗੇ ਨੇ, ਚਾਹੇ ਉੱਥੇ ਨਾਕੇ ਲੱਗੇ ਨੇ, ਜਿੰਨੇ ਮਰਜ਼ੀ ਸਖਤ ਹੋਣ, ਪਰ ਅਸੀਂ ਹੁਣ ਇੱਥੇ ਡਟ ਗਏ ਹਾਂ ਅਤੇ ਚੰਡੀਗੜ੍ਹ ਦੇ ਵਿੱਚ ਕੂਚ ਜੋ ਅਸੀਂ ਕਰਕੇ ਹਟਾਂਗੇ। ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਇਸ ਵੇਲੇ ਇੱਥੇ ਕਿੰਨਾ ਵੱਡਾ ਹਜੂਮ ਹੈ, ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਤੇ ਕਿਸਾਨ ਭਰਾ ਇੱਥੇ ਇਕੱਠੇ ਹੋਏ ਨੇ। ਇਹਨਾਂ ਵੱਲੋਂ ਕੁਝ ਸਮੇਂ ਦੇ ਵਿੱਚ ਜੋ ਹੈ ਚੰਡੀਗੜ੍ਹ ਵੱਲ ਕੂਚ ਕੀਤੀ ਜਾਵੇਗੀ। ਅੱਗੇ ਪਲ ਪਲ ਦੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV। ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਿਤ ਕੁਮਾਰ, ਧੰਨਵਾਦ।